ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ, DOT ਸੇਫਟੀ ਇੰਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹਨ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹਨ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 या फिर कॉल करो 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 in Napanee. Quick Truck Lube, the one-stop shop. 519-622-0660 ਜਾਂ quicktrucklube.com. QTL, because we care. Quick Truck Lube। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556 600 2064 ਅਤੇ 85560 02071। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਤੁਸੀਂ ਇਸ ਵਕਤ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ। ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਏਰੀਆ ਲਈ ਲੋਕਲ ਕੰਮ ਦੇ ਲਈ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਡਿਸਪੈਚ ਪੰਜਾਬੀ ਤੇ ਇੰਗਲਿਸ਼ ਕਰਦੇ ਨੇ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਲੱਗਦਾ ਸਰਕਾਰ ਨੇ ਕਿਸਾਨਾਂ ਦੀ ਇੱਕ ਹੋਰ ਮੰਗ ਮੰਨ ਲਈ ਹੈ ਕਿ ਕਿਸਾਨ ਕਹਿੰਦੇ ਸੀ ਕਿ ਕਾਨੂੰਨ ਤਾਂ ਤੁਸੀਂ ਵਾਪਸ ਲੈ ਲਿਆ, ਪਰ ਸਾਡੇ ਨਾਲ ਕੋਈ ਗੱਲ ਹੀ ਨਹੀਂ ਕੀਤੀ। ਹੁਣ ਕਹਿੰਦੇ ਕਮੇਟੀ ਲਈ ਨਾਂ ਮੰਗੇ ਨੇ, ਕੋਈ ਕਮੇਟੀ ਬਣਾਉਣੀ ਹੈ, ਗੱਲਬਾਤ ਕਰਨੀ ਹੈ। ਕੀ ਹੈ ਸਾਰਾ ਮਾਮਲਾ? ਦੇਖੋ, ਗੱਲ ਇਹ ਹੈ ਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੇ ਉੱਪਰ ਇਹ ਐਲਾਨ ਕੀਤਾ ਸੀ ਕਿ 3 ਖੇਤੀ ਕਾਨੂੰਨ ਅਸੀਂ ਵਾਪਸ ਲੈਣ ਜਾ ਰਹੇ ਹਾਂ,
ਨਾਲ ਉਹਨਾਂ ਨੇ ਦੇਸ਼ ਤੋਂ ਮਾਫੀ ਵੀ ਮੰਗੀ ਸੀ। ਜੀ ਇਹ ਕਿਹਾ ਸੀ ਕਿ ਮੈਂ ਤੇ ਮੇਰੀ ਪਾਰਟੀ ਜਾਂ ਮੇਰੀ ਸਰਕਾਰ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ ਹੋਈ, ਨਹੀਂ ਹੋ ਸਕੀ। ਇਸ ਲਈ ਅਸੀਂ ਮਾਫੀ ਚਾਹੁੰਦੇ ਤੇ ਅਸੀਂ ਕਾਨੂੰਨ ਵਾਪਸ ਲੈਣੇ ਹੈ। ਹੂੰ ਪਰ ਇਹ ਦੇਖੋ ਕਿ ਮਾਫੀ ਮੰਗੀ ਕਿਤੋਂ ਹੈ। ਜੀ ਲੜਾਈ ਤਾਂ ਕਿਸਾਨ ਲੜਦੇ ਸੀ, ਹੂੰ ਕਿਸਾਨਾਂ ਤੋਂ ਮਾਫੀ ਨਹੀਂ ਮੰਗੀ, ਦੇਸ਼ ਤੋਂ ਮੰਗੀ ਹੈ। ਦੇਸ਼ ਦੀ ਪ੍ਰਤੀਨਿਧਤਾ ਕੌਣ ਕਰਦੇ ਹੈ? ਉਹ ਆਪ ਹੀ ਕਰਦੇ। ਦੇਸ਼ ਦੇ ਲੋਕ, ਪਾਰਲੀਮੈਂਟ ਦੇ ਮੈਂਬਰ। ਹੂੰ ਲੇਕਿਨ ਮਾਫੀ ਪਾਰਲੀਮੈਂਟ ਦੇ ਵਿੱਚ ਤਾਂ ਨਹੀਂ ਮੰਗੀ। ਹੂੰ ਪਾਰਲੀਮੈਂਟ ਦੇ ਵਿੱਚ ਤਾਂ ਉਲਟਾ ਸੁਲਟਾ ਜਾਂ ਹੋਰ ਹੀ ਕੁਝ ਕੀਤਾ ਹੋਇਆ। ਹਾਂਜੀ ਭਾਵੇਂ ਵਾਪਸ ਲੈ ਲਏ ਕਾਲੇ ਕਾਨੂੰਨ, ਲੇਕਿਨ ਕਾਲੇ ਕਾਨੂੰਨ ਵਾਪਸ ਲੈਣ ਵਾਲੀ ਜਿਹੜੀ ਇਬਾਰਤ ਲਿਖੀ ਹੈ, ਜੀ ਉਸ ਇਬਾਰਤ ਦੇ ਵਿੱਚ ਜਿਹੜਾ ਹੈਗਾ ਉਹੀ ਪੁਰਾਣੀਆਂ ਚੀਜ਼ਾਂ ਦੁਹਰਾਤੀਆਂ। ਹੂੰ ਉੱਥੇ ਕੋਈ ਮਾਫੀ ਮੰਗਣ ਵਾਲੀ ਗੱਲ ਨਹੀਂ ਕੀਤੀ। ਉੱਥੇ ਕਹਿ ਕੇ ਜੀ ਅਸੀਂ ਸਮਝਾਉਣ 'ਚ ਅਸਮਰੱਥ ਰਹੇ। ਜੀ ਹੁਣ ਮਾਫੀ ਵਾਲੀ ਗੱਲ ਜੇ ਆਪਾਂ ਕਹੀਏ ਜਨਤਕ ਤੌਰ ਤੇ ਮਾਫੀ ਮੰਗਣ ਵਾਲੀ ਗੱਲ, ਇਹ ਕਿਹਾ ਜਾਂਦਾ ਕਿ ਅਸਲ ਦੇ ਵਿੱਚ ਇਹ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਦੋ ਵੱਡੇ ਧੁਰੰਤਰ ਹੈ, ਜੀ ਅਦਾਨੀ ਤੇ ਅੰਬਾਨੀ, ਮਾਫੀ ਉਹਨਾਂ ਤੋਂ ਮੰਗੀ ਗਈ ਸੀ। ਜੀ ਨਾਲ ਪ੍ਰਧਾਨ ਮੰਤਰੀ ਸਾਹਿਬ ਹੋਰਾਂ ਨੇ ਇਹ ਕਹੀ ਸੀ ਕਿ ਇੱਕ ਅਸੀਂ ਕਮੇਟੀ ਬਣਾਵਾਂਗੇ ਹੂੰ ਜਿਹੜੀ MSP ਬਾਰੇ ਫੈਸਲਾ ਕਰੂਗੀ। ਜੀ ਪਹਿਲੀ ਗੱਲ ਤਾਂ ਇਹਦੇ ਤੇ ਕਿਸਾਨ ਆਗੂਆਂ ਦਾ ਜਵਾਬ ਕਾਫੀ ਪਹਿਲਾਂ ਹੀ ਆ ਗਿਆ ਸੀ। ਹੂੰ ਉਹ ਕਹਿੰਦੇ ਵੀ ਕਮੇਟੀ ਬਣਾਉਣ ਦੀ ਲੋੜ ਕੀ ਹੈ? ਜੀ ਕਮੇਟੀ ਤਾਂ ਆਲਰੇਡੀ ਬਣੀ ਹੋਈ ਸੀ। ਹੂੰ ਔਰ ਇਹ ਕਮੇਟੀ ਡਾਕਟਰ ਮਨਮੋਹਨ ਸਿੰਘ ਹੋਰੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ ਉਦੋਂ ਬਣੀ ਸੀ। ਉਸ ਕਮੇਟੀ ਦੇ ਵਿੱਚ ਜਿਹੜੇ ਹੈਗੇ ਲੋਕ ਸੀ, ਉਹਦੇ ਚ ਮੁੱਖ ਮੰਤਰੀ ਸੀ ਵੱਖ-ਵੱਖ ਸਟੇਟਾਂ ਦੇ। ਹੂੰ ਔਰ ਨਰਿੰਦਰ ਮੋਦੀ ਸਾਹਿਬ ਉਸ ਕਮੇਟੀ ਦੇ ਵੀ ਮੈਂਬਰ ਸੀ। ਹੂੰ ਉਸ ਕਮੇਟੀ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਦਾ ਅਹਿਮ ਸਥਾਨ ਸੀ। ਜੀ ਉਸ ਕਮੇਟੀ ਨੇ ਜਿਹੜੀ ਰਿਪੋਰਟ ਦਿੱਤੀ ਹੈ, ਹੂੰ ਉਹ ਰਿਪੋਰਟ ਬਿਲਕੁਲ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਜਿਹੜੀ ਸਿਫਾਰਿਸ਼ ਹੈ ਜੀ ਉਹਦੇ ਮੁਤਾਬਕ ਦਿੱਤੀ ਹੈ ਹੂੰ ਕਿ ਕਿਸਾਨਾਂ ਨੂੰ ਉਹਨਾਂ ਦੀ ਲਾਗਤ ਮੁੱਲ ਦਾ 1.5 ਗੁਣਾ ਜ਼ਿਆਦਾ ਜਿਹੜਾ ਕੀਮਤ ਮਿਲਣੀ ਚਾਹੀਦੀ ਹੈ। ਜੀ ਔਰ ਜਦੋਂ ਲਾਗਤ ਮੁੱਲ ਦੀ ਗੱਲ ਕਰਦੇ ਆ, ਲਾਗਤ ਮੁੱਲ ਦੇ ਵਿੱਚ ਜ਼ਮੀਨ ਦਾ ਠੇਕਾ ਵੀ ਪਾਇਆ ਜਾਂਦਾ ਹੈ। ਬਿਲਕੁਲ ਉਹਦੇ ਵਿੱਚ ਜਿਹੜਾ ਜ਼ਮੀਨ ਦੇ ਉੱਤੇ ਹੋਰ ਖਰਚਾ ਆਉਣਾ ਉਹ ਵੀ ਪਾਇਆ ਜਾਂਦਾ ਹੈ। ਬੀਰੇ ਸਪਰੇ ਵਗੈਰਾ ਵਗੈਰਾ, ਬਿਜਲੀ ਪਾਣੀ ਸਭ ਕੁਝ। ਜੀ ਤੇ ਨਾਲ ਕਿਸਾਨ ਦੇ ਪਰਿਵਾਰ ਤੇ ਕਿਸਾਨ ਦੀ ਜੀ ਜਿਹੜੀ ਮਿਹਨਤ ਸ਼ਕਤੀ ਹੈ, ਜਿਹੜੀ ਉੱਥੇ ਉਹ ਲੇਬਰ ਕਰਦੇ ਆ, ਮਿਹਨਤ ਕਰਦੇ ਆ, ਉਹਦਾ ਮੁੱਲ ਵੀ ਪਾਇਆ। ਇਸ ਕਰਕੇ ਕਿਸਾਨਾਂ ਦਾ ਕਹਿਣਾ ਸੀ ਕਿ ਤੁਹਾਡੇ ਕੋਲ ਪਿਆ ਜੀ ਸਾਰਾ ਕੁਝ, ਤੁਸੀਂ ਕਰ ਲਓ। ਇਹ ਤਾਂ ਤੁਹਾਡੀ ਰਿਪੋਰਟ, ਆਪਦੀ ਰਿਪੋਰਟ ਹੈ, ਤੁਸੀਂ ਪ੍ਰਵਾਨ ਕਰਨੀ ਹੈ। ਉਦੋਂ ਤਾਂ ਡਾਕਟਰ ਮਨਮੋਹਨ ਸਿੰਘ ਸੀ, ਉਹਨੇ ਪ੍ਰਵਾਨ ਨਹੀਂ ਕੀਤੀ। ਹੁਣ ਤਾਂ ਸਾਰੀ ਤਾਕਤ ਤੁਹਾਡੇ ਕੋਲੇ ਹੈ, ਤੁਸੀਂ ਕਰ ਲਓ। ਇਹਦੇ ਚ ਗੱਲ ਕੀ ਹੈ? ਜੀ ਉਹਦਾ ਜਵਾਬ ਕੋਈ ਨਹੀਂ ਦਿੱਤਾ, ਨਾ ਉਹਦਾ ਪਾਰਲੀਮੈਂਟ ਦਿੱਤਾ ਜਵਾਬ, ਨਾ ਜਨਤਕ ਤੌਰ ਤੇ ਕੋਈ ਟਵੀਟ ਕੀਤਾ, ਨਾ ਕੋਈ ਬਿਆਨ ਦਿੱਤਾ ਹੈ। ਲੇਕਿਨ ਹੁਣ ਜਦੋਂ ਕਿਸਾਨਾਂ ਨੇ ਵਿੱਚ ਕੁਸਰ-ਮੁਸਰ ਹੋਣ ਲੱਗੀ ਕਿ ਉੱਠੀਏ ਕਿ ਨਾ ਉੱਠੀਏ, ਤਾਂ ਉੱਥੇ ਪ੍ਰਭਾਵ ਇਹ ਆਇਆ ਹੈ ਕਿ ਦੋ ਕਿਸਾਨ ਜਥੇਬੰਦੀਆਂ, ਜੀ ਇੱਕ ਤਾਂ ਪਹਿਲੇ ਦਿਨ ਹੀ ਰਾਕੇਸ਼ ਟਕੈਤ ਹੋਰਾਂ ਨੇ ਕਹਿਤਾ ਸੀ ਵੀ ਅਸੀਂ ਜਦ ਚੱਲੇ ਕਿੱਥੇ ਆ। ਜਦੋਂ ਉਹਨਾਂ ਦੇ ਕੋਲੇ ਕੁਛ ਆਏ ਪੱਤਰਕਾਰ, ਕਹਿੰਦੇ ਜੀ ਤੁਸੀਂ ਜਾਓਗੇ ਘਰਾਂ ਨੂੰ ਉੱਠ ਕੇ? ਕਹਿੰਦੇ ਨਾ, ਕਿਸਾਨ ਵੀ ਇੱਥੇ, ਟਰੈਕਟਰ ਵੀ ਇੱਥੇ, ਅਸੀਂ ਕਿੱਥੇ ਜਾਣੇ? ਉਹ ਕਹਿੰਦੇ ਟਰੈਕਟਰ, ਕਹਿੰਦੇ ਹਾਂ ਫਿਰ 26 ਜਨਵਰੀ ਵੀ ਆ ਗਈ, ਕਹਿੰਦੇ ਆ ਗਈ, ਉਹੀ ਸਾਲ ਆ ਗਿਆ। ਟਰੈਕਟਰਾਂ ਦਾ ਮੂੰਹ ਕਹਿੰਦੇ ਫਿਰ ਪਾਰਲੀਮੈਂਟ ਵੱਲ ਨੂੰ ਹੋਊਗਾ। ਔਰ ਦਾਨੇਵਾਲੀਆ ਸਾਹਿਬ, ਮੈਂ ਅੱਜ ਸਵੇਰੇ ਸੋਚ ਰਿਹਾ ਸੀ ਜੀ ਵੀ ਇਹ ਟਰੈਕਟਰ ਤੇ ਟਰਾਲੀ ਕਿਸਾਨਾਂ ਦੀ ਚੀਜ਼ ਕੀ ਹੈ। ਜੇ ਸਹੀ ਮਾਇਨੇ ਦੇ ਵਿੱਚ ਦੇਖੀਏ ਤਾਂ ਟਰੈਕਟਰ ਤੇ ਟਰਾਲੀ ਕਿਸਾਨਾਂ ਦਾ ਘਰ ਬਣੇ ਹੋਏ। ਬਿਲਕੁਲ। ਤੇ ਟਰੈਕਟਰ ਇੰਜਣ ਹੈ, ਟਰੈਕਟਰ ਇੰਜਣ ਨਹੀਂ, ਟਰੈਕਟਰ ਉਹਨਾਂ ਦੇ ਟੈਂਕ ਬਣੇ ਹੋਏ ਆ। ਬਿਲਕੁਲ। ਉਹਨਾਂ ਦੇ ਨੂੰ ਡਿਫੈਂਸ ਦੇ ਲਈ ਵੀ ਤੇ ਅਫੈਂਸ ਦੇ ਲਈ ਵੀ। ਵੈਸੇ ਸਾਡੇ ਕਿਸਾਨ ਇੰਨੀ ਨਹੀਂ ਹੈਗੇ ਕਿ ਉਹ ਹਮਲਾ ਕਰਨਗੇ, ਲੇਕਿਨ ਜਦੋਂ ਉਹ ਤੁਰਨਗੇ ਤੇ ਜੇ ਉਹਨਾਂ ਨੂੰ ਕੋਈ ਰੋਕੂਗਾ ਤੇ ਟਰੈਕਟਰ ਉਹਨਾਂ ਨੂੰ ਬਚਾਉਣਗੇ। ਉਹਨਾਂ ਨੂੰ ਟੈਂਕਾਂ, ਜਿਵੇਂ ਟੈਂਕਾਂ ਦੇ ਵਿੱਚ ਆਪਾਂ ਸ਼ੈਲਟਰ ਲੈ ਲੈਂਦੇ ਨੇ, ਇਸ ਕਿਸਮ ਦੀ ਉਹਨਾਂ ਨੂੰ ਇੱਕ ਬਚਤ ਮਿਲਦੀ ਹੈ। ਜੀ ਜਦੋਂ ਇਹ ਗੱਲ ਕਹਿਤੀ ਤਾਂ ਫਿਰ ਦਿੱਲੀ ਪੁਲਿਸ ਦੇ ਕੁਝ ਅਫਸਰ ਆਏ। ਉਹਨਾਂ ਅਫਸਰਾਂ ਨੇ ਆ ਕੇ ਟਕੈਤ ਸਾਹਿਬ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਵੀ ਨਹੀਂ ਜੀ ਜਿੰਨੀ ਦੇਰ MSP ਨਹੀਂ ਸਾਨੂੰ ਮਿਲਦੀ ਅਸੀਂ ਜਾ ਨਹੀਂ ਸਕਦੇ, ਕਿਉਂਕਿ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਆ ਜਿਹੜੀਆਂ ਬਾਕੀ ਗੱਲਾਂ ਇਹ ਤਾਂ ਬਾਅਦ ਦੇ ਵਿੱਚੋਂ ਨਿਕਲੀਆਂ। ਲੜਾਈ ਕਿਸਾਨਾਂ ਦੀ Day 1 ਤੋਂ MSP ਦੀ। ਕਿਸਾਨ ਖੁਦਕਸ਼ੀਆਂ ਕਰ ਰਹੇ ਸੀ ਵਿਦਰਭ ਦੇ ਵਿੱਚ, ਤੁਹਾਨੂੰ ਪਤਾ ਮਹਾਰਾਸ਼ਟਰ ਦੇ ਵਿੱਚ ਖੁਦਕਸ਼ੀਆਂ ਹੋਈਆਂ ਸੀ। ਜੀ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸੀ। ਖੁਦਕਸ਼ੀਆਂ ਦਾ ਜੇ ਆਪਾਂ ਕਾਰਨ ਦੇਖੀਏ ਕੀ ਹੈ, ਤਾਂ ਖੁਦਕਸ਼ੀਆਂ ਦਾ ਕਾਰਨ ਜਿਹੜਾ ਹੈਗਾ ਉਹ ਤਾਂ ਲਿਬਰਲ ਪਾਲਿਸੀ ਹੈ। ਜੀ ਜਿਸ ਪਾਲਿਸੀ ਦੇ ਜਰੀਏ ਅਸੀਂ ਗੈਟ ਸਮਝੌਤੇ ਦੇ ਜਰੀਏ ਕਾਰਪੋਰੇਟ ਘਰਾਣਿਆਂ ਨੂੰ ਜਿਹੜੀ ਹੈਗੀ ਹੈ ਖੁੱਲੀ ਛੁੱਟੀ ਦਿੱਤੀ ਹੋਈ ਹੈ ਕਿ ਤੁਸੀਂ ਕਰੋ ਸਾਰਾ ਕੁਝ। ਔਰ ਜਿਹੜੀ ਹੈਗੀ ਹੈ ਪਬਲਿਕ ਵੈਲਫੇਅਰ ਵਾਲੀ ਜਿੰਨੀਆਂ ਯੋਜਨਾਵਾਂ ਹੈ, ਜੀ ਹੈਲਥ ਹੈ, ਐਜੂਕੇਸ਼ਨ ਹੈ, ਇਹਦੇ ਵਿੱਚੋਂ ਸਟੇਟ ਨਿਕਲਦੀ ਜਾ ਰਹੀ ਹੈ ਤੇ ਪ੍ਰਾਈਵੇਟ ਸੈਕਟਰ ਆਉਂਦਾ ਜਾ ਰਿਹਾ। ਤੇ ਹੁਣ ਪ੍ਰਾਈਵੇਟ ਸੈਕਟਰ ਜਿਹੜਾ ਹੈਗਾ ਉਹ ਖੁਰਾਕ ਦੇ ਵਿੱਚ ਵੀ ਆ ਰਿਹਾ। ਅੱਛਾ ਜੀ। ਇਹ ਹੁਣ ਖੁਰਾਕ ਦੇ ਵਿੱਚ ਵੀ ਆ ਰਿਹਾ ਕਿਉਂਕਿ ਖੁਰਾਕ ਦੇ ਵਿੱਚੋਂ ਕਿਸਾਨਾਂ ਨੂੰ ਲਾਭੇ ਕਰਦੇ। ਪ੍ਰਾਈਵੇਟ ਸੈਕਟਰ ਕਾਰਪੋਰੇਟ ਘਰਾਣੇ ਹੀ ਜ਼ਮੀਨਾਂ ਦੇ ਉੱਤੇ ਕਾਸ਼ਤ ਕਰਨ, ਵੱਡੀ ਮਸ਼ੀਨਰੀ ਨਾਲ ਉਹਨਾਂ ਨੇ ਕਾਸ਼ਤ ਕਰਾਉਣੀ ਹੈ।
ਉਹਨਾਂ ਨੂੰ ਆਪਣੀਆਂ ਮੰਡੀਆਂ ਦੇਣ ਵਾਲੀ ਗੱਲ ਕਰ ਲਈ ਜੀ ਤੇ ਨਾਲ ਉਹਨਾਂ ਨੂੰ ਜ਼ਖੀਰੇਬਾਜ਼ੀ ਕਰਨ ਵਾਸਤੇ ਜਿਹੜੀ ਸੋਧ ਕਰਤੀ ਸੀ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ, ਉਹ ਵੀ ਇਸੇ ਕਰਕੇ ਕੀਤੀ ਸੀ ਜੀ। ਸੋ ਉਹਨਾਂ ਇਹ ਤਾਂ ਮਗਰੋਂ ਆਈ ਹੈ ਸਾਰੀ ਕਾਰਵਾਈ, ਇਹ ਤਾਂ ਜਿਹੜੀ ਸਾਰੀ ਕਾਰਵਾਈ ਮਗਰੋਂ ਆਈ ਹੈ। ਕਿਸਾਨਾਂ ਦੀ ਲੜਾਈ ਤਾਂ ਪਹਿਲਾਂ ਤੋਂ ਸੀ। ਔਰ ਲਿਬਰਲ ਪਾਲਿਸੀ ਜਿਹੜੀ ਹੈਗੀ ਹੈ, ਲਿਬਰਲ ਪਾਲਿਸੀ ਜਿਹੜੀ ਡਾਕਟਰ ਮਨਮੋਹਨ ਸਿੰਘ ਦੇ ਜ਼ਮਾਨੇ 'ਚ ਆਈ ਸੀ, ਤਾਂ ਮੈਂ ਗੱਲ ਵਿਦਰਭ ਦੀ ਕਰ ਰਿਹਾ ਸੀ ਜੀ ਕਿ ਵਿਦਰਭ ਦੇ ਵਿੱਚ ਲੋਕ ਮਰਨੇ ਸ਼ੁਰੂ ਹੋ ਗਏ ਇਸ ਪਾਲਿਸੀ ਦੀ ਵਜ੍ਹਾ ਕਾਰਨ, ਜੀ ਖੁਦਕਸ਼ੀਆਂ ਕਰਨੀਆਂ ਸ਼ੁਰੂ ਕਰਤੀਆਂ ਤੇ ਡਾਕਟਰ ਮਨਮੋਹਨ ਸਿੰਘ ਹੋਰੀ ਉੱਥੇ ਗਏ। ਉੱਥੇ ਜਾ ਕੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਇੱਕ ਐਲਾਨ ਕਰਤਾ ਸੀ ਜੀ ਕਿ ਜਿਹੜਾ ਵੀ ਕਿਸਾਨ ਆਤਮ ਹੱਤਿਆ ਕਰੂਗਾ ਉਹਦੇ ਪਰਿਵਾਰ ਨੂੰ 1 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਊ। ਜੀ ਮੇਰਾ ਖਿਆਲ ਹੈ ਵੀ ਇਹ ਜਿਹੜੀ ਸਾਡੀ ਸਰਕਾਰ ਦੀ ਬਹੁਤ ਗਲਤ ਪਾਲਿਸੀ ਹੈ। ਬਿਲਕੁਲ। ਤੁਸੀਂ ਲੋਕਾਂ ਨੂੰ ਮਰਨ ਵਾਸਤੇ ਪ੍ਰਮੋਟ ਕਰੋਗੇ, ਪ੍ਰੇਰਿਤ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਪ੍ਰਮੋਟ ਕਰਦੇ ਹੋ, ਪ੍ਰੇਰਿਤ ਕਰਦੇ ਹੋ ਵੀ ਆਹ ਲਓ ਜੀ ਤੁਸੀਂ ਮਰੋ ਤੇ ਤੁਹਾਡੇ ਘਰਦਿਆਂ ਨੂੰ 1 ਲੱਖ ਰੁਪਇਆ ਦੇਵਾਂਗੇ। ਔਰ ਦਾਨੇਵਾਲੀਆ ਸਾਹਿਬ ਆਪਾਂ ਦੇਖਿਆ ਪੰਜਾਬ ਦੇ ਵਿੱਚ ਵੀ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ, ਖਾਸ ਕਰਕੇ ਕਾਟਨ ਬੈਲਟ ਜਿਹੜੀ ਮਾਲਵਾ ਖੇਤੀ ਦੀ ਸਾਡੇ ਵਾਲੀ ਹੈ, ਇੱਥੇ ਅਜੇ ਵੀ ਕਿਹੜਾ ਖੁਦਕੁਸ਼ੀਆਂ ਰੁਕੀਆਂ ਹੋਈਆਂ। ਕਿੰਨੇ ਆਪਾਂ ਜਲਸੇ ਜਲੂਸ ਮੁਜ਼ਾਹਰੇ ਦੇਖਿਆ ਜਿੱਥੇ ਔਰਤਾਂ ਉਹਦੇ ਵਿੱਚ ਪਾਰਟੀਸਪੇਟ ਕਰਦੀਆਂ, ਔਰ ਬਹੁਤੇ ਮੁਜ਼ਾਹਰਿਆਂ ਦੇ ਵਿੱਚ ਔਰਤਾਂ ਦੇ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੁੰਦੀਆਂ ਜਿੱਥੇ ਉਹਨਾਂ ਦੇ ਪਿਆਰਿਆਂ ਦੀਆਂ ਤਸਵੀਰਾਂ ਲੱਗੀਆਂ ਹੁੰਦੀਆਂ। ਬਿਲਕੁਲ ਕਿ ਅਸੀਂ ਖੁਦਕੁਸ਼ੀਆਂ ਵਾਲੇ ਆ, ਨੌਜਵਾਨ ਬੱਚੀਆਂ ਜਿਹੜੀਆਂ ਹੈਗੀਆਂ ਜਿਨ੍ਹਾਂ ਦੇ ਮਾਪੇ ਮਰ ਗਏ, ਉਹਨਾਂ ਦੇ ਹੱਥਾਂ ਦੇ ਵਿੱਚੋਂ ਫੜੀਆਂ ਹੁੰਦੀਆਂ। ਇਹ ਜਿਹੜੀ ਇਹ ਪਿਰਤ ਪਾਈ, ਇਹ ਪਿਰਤ ਬੜੀ ਗਲਤ ਪੈ ਗਈ ਜੀ। ਉਹ ਕਿਸਾਨਾਂ ਦੀ ਜਿਹੜੀ ਹੈ ਇਹ ਡਿਮਾਂਡ ਨਹੀਂ ਸੀ ਅਸਲ ਦੇ ਵਿੱਚ ਕਿ ਇਹ ਤਾਂ ਕਾਨੂੰਨ ਮਗਰੋਂ ਲੈਂਦੇ, ਉਹਨਾਂ ਨੂੰ ਲੜਾਈ ਲੜਨੀ ਪੈ ਗਈ, ਲੇਕਿਨ ਅਸਲ ਉਹ ਕਹਿੰਦੇ ਸਾਨੂੰ MSP ਦਿਓ ਜੀ। ਹੁਣ MSP ਵਾਸਤੇ ਪ੍ਰਧਾਨ ਮੰਤਰੀ ਨੇ ਐਲਾਨ ਤਾਂ ਜ਼ਰੂਰ ਕਰਤਾ ਸੀ, ਜਦੋਂ ਦੇਖਿਆ ਵੀ ਟਕੈਤ ਸਾਹਿਬ ਵੀ ਅੜ ਗਏ, ਚੜੂਨੀ ਹੋਰੀ ਵੀ ਅੜ ਗਏ, ਤੇ ਫਿਰ ਇਹ ਗੱਲ ਕਹਿ ਦਿੱਤੀ ਵੀ ਹੁਣ ਕੀ ਕਰੀਏ ਜੀ। ਤੇ ਕੱਲ ਕਹਿੰਦੇ ਜੀ ਇੱਕ ਟੈਲੀਫੋਨ ਆ ਗਿਆ, ਟੈਲੀਫੋਨ ਕਾਲ ਆਈ ਹੈ ਡਾਕਟਰ ਦਰਸ਼ਨਪਾਲ ਨੂੰ ਜੀ, ਬੜੇ ਸਿਆਣੇ ਬੰਦੇ ਕਿ ਡਾਕਟਰ ਸਾਹਿਬ 5 ਬੰਦਿਆਂ ਦੇ ਤੁਸੀਂ ਨਾਮ ਭੇਜ ਦਿਓ, ਅੱਛਾ ਅਸੀਂ ਉਸ ਕਮੇਟੀ 'ਚ ਪਾ ਲੈਣੇ। ਇਹ ਹੁਣ ਇਹ ਕਿਸਾਨ ਜਥੇਬੰਦੀਆਂ ਦੀ ਖੂਬਸੂਰਤੀ ਹੈ ਕਿ ਕੋਈ ਇੱਕ ਬੰਦਾ ਜਾਂ ਇੱਕ ਜਥੇਬੰਦੀ ਫੈਸਲਾ ਨਹੀਂ ਲੈਂਦੀ, ਜਿਹੜਾ ਵੀ ਮਾਮਲਾ ਆਉਂਦਾ ਉਹ ਸਾਰੇ ਦੇ ਸਾਰੇ ਉਹ ਆਪਦੀ ਕਮੇਟੀ 'ਚ ਵਿਚਾਰਦੇ। ਪਹਿਲਾਂ ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਜੀ, ਪੰਜਾਬ ਦੀਆਂ 32 ਕਿਸਾਨ ਯੂਨੀਅਨ 'ਚ ਉਸ ਚੀਜ਼ ਨੂੰ ਵਿਚਾਰਿਆ ਜਾਂਦਾ ਹੈ, ਇਹ ਜਿੰਨੀਆਂ ਜਥੇਬੰਦੀਆਂ। ਇਹ ਤੋਂ ਬਾਅਦ ਫਿਰ ਜਿਹੜੀਆਂ 10 ਹੋਰ ਹੈ 42 ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੈ, ਵੈਸੇ ਤਾਂ 500 ਦੇ ਕਰੀਬ ਜਥੇਬੰਦੀਆਂ ਜੀ, ਫਿਰ ਉਹਦੇ 'ਚ ਵਿਚਾਰ ਹੁੰਦਾ ਤੇ ਫਿਰ ਹੈ ਡਾਕਟਰ ਦਰਸ਼ਨਪਾਲ ਹੋਰਾਂ ਨੇ ਦੱਸਤਾ ਵੀ ਜੀ ਐਂ ਕਰਕੇ ਤੇ ਆਪਾਂ ਨੂੰ ਆ ਗਿਆ। ਉਹਦੇ ਤੇ ਫਿਰ ਵੀ ਹੁਣ ਕਰੀਏ ਕੀ ਜੀ। ਅਖਬਾਰਾਂ ਦੇ ਵਿੱਚ ਇਹ ਚਰਚਾ ਹੋਣ ਲੱਗੀ ਕਿ ਕਿਸਾਨ ਮੋਰਚਾ ਟੁੱਟ ਰਿਹਾ, ਇਹਨਾਂ 'ਚ ਫੁੱਟ ਪੈ ਗਈ। ਪੰਜਾਬ ਵਾਲੇ ਤਾਂ ਕਹਿੰਦੇ ਆਉਣ ਵਾਸਤੇ ਕਾਲੇ ਵਾਲੇ, ਤੇ ਉਹਨਾਂ ਨੇ ਤਾਂ ਜੀ ਆਪਣਾ ਸਮਾਨ ਬੰਨਣਾ ਸ਼ੁਰੂ ਕਰਤਾ, ਲੇਕਿਨ ਹਰਿਆਣਾ ਤੇ ਯੂਪੀ ਵਾਲੇ ਆਉਣ ਨੂੰ ਤਿਆਰ ਨਹੀਂ। ਅਸਲ ਦੇ ਵਿੱਚ ਇਹ ਗੱਲ ਬਿਲਕੁਲ ਗਲਤ ਹੈ, ਐਸੀ ਗੱਲ ਨਹੀਂ ਕੋਈ। ਫੈਸਲਾ ਜਿਹੜਾ ਲੈਣਾ ਉਹਨਾਂ ਨੇ ਸਾਰਾ ਮਿਲ ਕੇ ਲੈਣੇ। ਹੁਣ ਕਿਸਾਨਾਂ ਦੇ ਕੋਲੇ ਜਿਹੜੀ ਇਹ ਆ ਗਈ ਤੇ ਉਹਨਾਂ ਨੇ ਇਹਦੇ ਤੇ ਫੈਸਲਾ ਵਿਚਾਰ ਕਰਨ ਵਾਸਤੇ 1 ਤਾਰੀਖ ਅੱਜ ਉਹਨਾਂ ਦੀ ਇੱਕ ਮੀਟਿੰਗ ਹੋਣੀ ਹੈ। ਦੂਜੀ ਮੀਟਿੰਗ ਉਹਨੇ ਰੱਖ ਲਈ 4 ਤਾਰੀਖ ਨੂੰ, ਅੱਛਾ ਜੀ, ਕਿ ਅਸੀਂ 4 ਤਾਰੀਖ ਨੂੰ ਫਿਰ ਫੈਸਲਾ ਕਰਾਂਗੇ ਕਰਨਾ ਕੀ ਹੈ। 4 ਤਾਰੀਖ ਵਾਲੀ ਮੀਟਿੰਗ ਦੇ ਵਿੱਚ ਉਹ ਕਹਿੰਦੇ ਜਿਹੜਾ ਇਸ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨੂੰ ਇੱਕ 6 ਨੁਕਤਿਆਂ ਤੇ ਆਧਾਰਿਤ ਪੱਤਰ ਲਿਖਿਆ ਜੀ, ਉਸ ਪੱਤਰ ਤੇ ਵੀ ਵਿਚਾਰ ਵਟਾਂਦਰਾ ਹੋਣੇ। ਔਰ ਕਿਸਾਨਾਂ ਦਾ ਇਹ ਕਹਿਣਾ ਕਿ ਤੁਸੀਂ ਜੀ ਲਿਸਟ ਭੇਜ ਦਿਓ, ਇੱਥੇ ਪਊ ਇਸ ਗੱਲ ਤੇ ਵੀ ਪਿੱਛਾ ਪੈਣਾ, ਕਿਉਂਕਿ ਉਹ ਕਹਿੰਦੇ 5 ਜਣੇ ਨੂੰ ਭੇਜ ਦਿਓ ਜੀ। ਪਹਿਲਾਂ ਵੀ ਭਾਰਤ ਸਰਕਾਰ ਵੱਲੋਂ ਇਹ ਕੰਡੀਸ਼ਨ ਲਾਈ ਜਾਂਦੀ ਸੀ ਕਿ ਛੋਟੀ ਕਮੇਟੀ ਬਣਾਓ, ਤੁਸੀਂ 42 ਬੰਦੇ ਕਿਉਂ ਆਉਣੇ ਹੋ ਜੀ, ਤੁਸੀਂ 5-4 ਬੰਦਿਆਂ ਦੀ ਕਮੇਟੀ ਬਣਾਓ ਤੇ ਅਸੀਂ ਉਹਦੇ ਨਾਲ ਗੱਲ ਕਰ ਲਾਂਗੇ। ਲੇਕਿਨ ਕਿਸਾਨਾਂ ਨੇ ਕਿਹਾ ਸੀ ਨਾ, ਸਾਡੀ ਤਾਂ 42 ਦੀ 42 ਟੀਮ ਆਊ, ਇਹ 42 ਬੰਦੇ ਹੀ ਤੁਹਾਡੇ ਨਾਲ ਗੱਲ ਕਰਨਗੇ ਜੀ। ਜੇ ਮੌਕੇ ਦੇ ਉੱਤੇ ਕਿਸੇ ਗੱਲ ਦੇ ਉੱਤੇ ਕੋਈ ਮਤਲਬ ਕੋਈ ਵਿਚਾਰ ਕਰਨ ਦੀ ਲੋੜ ਪੈਂਦੀ ਹੈ ਤਾਂ ਨਾਲ ਦੀ ਨਾਲ ਪਾਸੇ ਕੋਈ ਵਿਚਾਰ ਕਰ ਲੈਣਗੇ। ਔਰ ਇਹ ਵਿਚਾਰ ਜਿਹੜੇ ਵਜ਼ੀਰ ਵੀ ਕਰਦੇ ਰਹੇ ਜੀ। ਜਿਹੜੀਆਂ ਪਹਿਲੀਆਂ 11 ਮੀਟਿੰਗਾਂ ਹੋਈਆਂ ਕਿਸਾਨਾਂ ਦੇ ਨਾਲ, ਉਹਨਾਂ 11 ਮੀਟਿੰਗਾਂ ਦੇ ਵਿੱਚ ਵੀ ਜਦੋਂ ਕਿਤੇ ਅਡਾਉਣੀ ਪੈ ਜਾਂਦੀ ਸੀ ਉਦੋਂ ਟੀ ਬ੍ਰੇਕ ਕਹਿ ਕੇ ਤੇ ਪਾਸੇ ਜਾ ਕੇ ਟੈਲੀਫੋਨ ਕਰਦੇ ਹੁੰਦੇ ਸੀ ਜੀ। ਪਿਊਸ਼ ਗੋਇਲ ਵੀ ਕਰਦੇ ਹੁੰਦੇ ਸੀ ਔਰ ਨਰਿੰਦਰ ਸਿੰਘ ਤੋਮਰ ਵੀ ਕਰਦੇ ਹੁੰਦੇ ਸੀ, ਤੇ ਸਾਡੇ ਜਿਹੜੇ ਹੈਗੇ ਹੈ ਹੁਸ਼ਿਆਰਪੁਰ ਵਾਲੇ ਸੋਮ ਪ੍ਰਕਾਸ਼ ਉਹ ਸਾਰੇ ਇਕੱਠੇ ਹੀ ਕਰਦੇ ਹੁੰਦੇ ਸੀ, ਉਹਨਾਂ ਨੇ ਵੀ ਰਾਏ ਮਸ਼ਵਰਾ ਕਰਨਾ। ਸੋ ਇਹਦੇ 'ਚ ਕੋਈ ਫੁੱਟ-ਫੱਟ ਵਾਲੀ ਗੱਲ ਕੋਈ ਨਹੀਂ ਹੈ। ਪੇਸ਼ਕਸ਼ ਕਿਸਾਨਾਂ ਕੋਲੇ ਆ ਗਈ ਹੈ, ਪਰ ਉਹ ਪੇਸ਼ਕਸ਼ 5 ਜਾਣਗੇ ਜਾਂ 42 ਜਾਣਗੇ, ਇਹ ਫੈਸਲਾ ਉਹਨਾਂ ਨੇ ਕਰਨਾ। ਇਸ ਪੇਸ਼ਕਸ਼ ਨੂੰ, ਟੈਲੀਫੋਨ ਵਾਲੀ ਪੇਸ਼ਕਸ਼ ਨੂੰ ਉਹਨਾਂ ਨੇ ਪ੍ਰਵਾਨ ਕਰਨਾ ਕਿ ਨਹੀਂ ਕਰਨਾ, ਇਹ ਡਿਸੀਜਨ ਹੋਊਗਾ 4 ਤਾਰੀਖ ਨੂੰ ਹੋਊਗਾ। 4 ਦੀ ਉਹਨਾਂ ਦੀ ਮੀਟਿੰਗ ਹੋਏ। ਵੈਸੇ ਉਹਨਾਂ ਨੇ ਇੱਕ ਕਿਸਮ ਦਾ ਅਲਟੀਮੇਟ ਵੀ ਦਿੱਤਾ ਹੈ ਕੇਂਦਰ ਸਰਕਾਰ ਨੂੰ ਕਿ 4 ਤਾਰੀਖ ਤੱਕ ਤੁਸੀਂ ਸਾਡੇ ਬਾਰੇ ਫੈਸਲਾ ਕਰ ਲਓ। ਉਹਦੇ 'ਚ 2-3 ਗੱਲਾਂ ਜਿਹੜੀਆਂ ਮੇਜਰ ਗੱਲਾਂ, ਮੰਗਾਂ ਤਾਂ ਭਾਵੇਂ ਉਹਨਾਂ ਦੀਆਂ 6 ਹੈ ਜੀ। ਇੱਕ ਤਾਂ ਹੈ ਕਿ ਜਿੰਨੇ ਕਿਸਾਨਾਂ ਦੇ ਖਿਲਾਫ ਪਰਚੇ ਦਰਜ ਹੋਏ ਜੀ, ਪਰਚੇ ਰੱਦ ਕਰੋ। ਉਹਦੇ ਵਾਸਤੇ ਕੱਲ ਜਿਹੜੀ ਹੈਗੀ ਹੈ ਇਹਨਾਂ ਨੇ ਕਿਹਾ ਹੈ
ਖੱਟਰ ਸਾਹਿਬ ਨੇ, ਹਰਿਆਣਾ ਦੇ ਮੁੱਖ ਮੰਤਰੀ ਨੇ, ਕਿ ਜੀ ਅਸੀਂ ਇਹ ਜਿਹੜੀ ਹੈਗੀ ਹੈ ਡਾਟਾ ਇਕੱਠਾ ਕਰ ਰਹੇ ਹਾਂ ਜੀ ਕਿ ਕਿੰਨੇ ਕਿਸਾਨਾਂ ਦੇ ਖਿਲਾਫ ਪਰਚੇ ਹੋਏ, ਕਿਹੜੀਆਂ ਦਫਾਵਾਂ 'ਚ ਹੋਏ। ਦੂਜਾ ਡਾਟਾ ਅਸੀਂ ਇਹ ਇਕੱਠਾ ਕਰ ਰਹੇ ਹਾਂ ਕਿ ਕਿੰਨੇ ਕਿਸਾਨ ਸ਼ਹੀਦ ਹੋਏ ਜੀ। ਫਿਰ ਉਹ ਕਹਿੰਦੇ ਅਸੀਂ ਕਿਸਾਨ ਜਥੇਬੰਦੀ ਵਾਲਿਆਂ ਨੂੰ ਵੀ ਬੁਲਾਵਾਂਗੇ, ਕਿਸਾਨ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਵੀ ਅਸੀਂ ਉਹਨਾਂ ਤੋਂ ਵੀ ਲਿਸਟਾਂ ਲਵਾਂਗੇ ਔਰ ਕੰਪੇਅਰ ਕਰਕੇ ਸਾਰਾ ਕੁਝ ਕਰਾਂਗੇ। ਸੋ ਗੱਲ ਇਹ ਹੈ ਵੀ ਸਰਕਾਰ ਪੋਲੀ ਤਾਂ ਹੋਈ ਹੈ, ਪੋਲੀ ਹੋਈ ਹੈ, ਲੇਕਿਨ ਪੋਲੀ ਹੋਈ ਕਿਉਂ ਹੈ? ਪੋਲੀ ਹੋਈ ਇਸ ਕਰਕੇ ਕਿ ਜਿਹੜੀਆਂ ਪਿੱਛੇ ਜਿਮਨੀ ਚੋਣਾਂ ਹੋਈਆਂ ਤੇ ਉਹਨਾਂ 'ਚ ਸੱਟ ਪਈ ਹੈ, ਜਿਹੜੀ ਸੱਟ ਪਈ ਹੈ, ਹਾਂਜੀ। ਤੇ ਉਸ ਤੋਂ ਬਾਅਦ ਜਿਹੜੀ ਸੱਟ ਦਿਖ ਰਹੀ ਹੈ ਕਿ 2022 ਵਾਲੀਆਂ ਚੋਣਾਂ ਦੇ ਵਿੱਚ ਉਹ ਯੂਪੀ, ਉੱਤਰਾਖੰਡ ਤੇ ਪੰਜਾਬ ਦੇ ਵਿੱਚ ਪੈਣ ਵਾਲੀ ਹੈ, ਉਹਨੂੰ ਮੁੱਖ ਰੱਖਦਿਆਂ ਹੋਇਆ ਤੇ ਹੁਣ ਕਿਸਾਨ ਵੀ ਕਹਿੰਦੇ ਆ ਨਹੀਂ ਜੀ ਅਸੀਂ ਨਹੀਂ ਘਰਾਂ ਨੂੰ ਜਾਵਾਂਗੇ ਉਨੀ ਦੇਰ ਤੱਕ। ਅਗਲੀ ਗੱਲ ਜਿਹੜੀ ਹੈਗੀ ਹੈ, ਜਿਹੜੀ ਉਹ ਲਖੀਮਪੁਰ ਵਾਲੀ ਹੈ, ਉਹ ਕਹਿੰਦੇ ਜਿਹੜਾ ਮਿਸ਼ਰਾ ਹੈ, ਅਜੇ ਮਿਸ਼ਰਾ ਕੇਂਦਰ ਦੇ ਵਿੱਚ ਵਜ਼ੀਰ ਹੈ, ਹਾਲੇ ਤੱਕ ਉਹਦਾ ਤੁਸੀਂ ਅਸਤੀਫਾ ਨਹੀਂ ਲਿਆ। ਉਹ ਗੱਲ ਵੀ ਸਾਡੀ ਵਿੱਚ ਅੜੀ ਵੀ ਹੈ, ਰੜਕਦੀ ਹੈ। ਹੁਣ ਇਹ ਹੈ ਕਿ ਇੱਕ ਵਾਰੀ ਪੇਸ਼ਕਸ਼ ਕਰਤੀ, ਪੋਲੀ ਜ਼ਰੂਰ ਹੋਈ ਹੈ, ਲੇਕਿਨ ਕਿਸਾਨ ਵੀ ਹੁਣ ਇਸ ਗੱਲ ਦੇ ਉੱਤੇ ਅੜੇ ਹੋਇਆ ਵੀ ਇੱਕ ਵਾਰੀ ਜਿਹੜੀ ਕੱਟਾ ਕੱਟੀ ਨਿਕਲ ਜਾਣਾ ਵੀ ਗੱਲ ਹੀ ਨਵੇੜ ਦੋ। ਕੀਰ ਜਿਹੜੀ ਮਾੜੀ ਹੁੰਦੀ ਹੈ, ਇੱਕ ਵਾਰੀ ਨਵੇੜ ਕੇ ਜੋ ਗੱਲ ਸਿਰੇ ਲੱਗਣ ਲਈ ਲਾ ਹੀ ਦਿਓ। ਪਰ ਮੈਂ ਇੱਕ ਗੱਲ ਸਪਸ਼ਟ ਕਰ ਦੇਵਾਂ ਸਾਡੇ ਸਰੋਤਿਆਂ ਵਾਸਤੇ ਕਿ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਕਿ ਕਿਸਾਨ ਮੋਰਚਾ ਟੁੱਟ ਰਿਹਾ, ਟੁੱਟਦਾ ਨਹੀਂ। ਕਿਸਾਨ ਮੋਰਚਾ ਇੱਕ ਪ੍ਰੈਸ਼ਰ ਗਰੁੱਪ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਕੰਮ ਕਰ ਰਿਹਾ ਔਰ ਇਹ ਕੰਮ ਕਰੂਗਾ। ਸੋ ਬਿਲਕੁਲ। ਤੇ ਉਧਰ ਚੰਨੀ ਸਾਹਿਬ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖਤੀ, ਕਹਿੰਦੇ ਭਾਈ ਲਕੀਰ ਮਾਰੋ ਕਿਸਾਨਾਂ ਦੇ ਕਰਜ਼ੇ ਤੇ। ਇਹਨਾਂ ਨੇ ਹੋਰ ਨਵੀਂ ਮੰਗ ਖੜੀ ਕਰ ਲਈ। ਇਹ ਵੀ ਕਿਸਾਨ ਮੋਰਚੇ ਨਾਲ ਹੀ ਗੱਲ ਜੁੜੀ ਹੋਈ ਹੈ, ਕਿਉਂਕਿ ਜੇ ਆਪਾਂ ਦੇਖੀਏ ਇੱਕ ਮੈਨੀਫੈਸਟੋ ਤਿਆਰ ਕੀਤਾ ਸੀ ਜੀ ਪੰਜਾਬ ਦੀ ਕਾਂਗਰਸ ਨੇ, ਤੇ ਉਸ ਮੈਨੀਫੈਸਟੋ ਨੂੰ ਜਿਹੜੀ ਕਮੇਟੀ ਨੇ ਤਿਆਰ ਕੀਤਾ ਸੀ, ਉਸ ਕਮੇਟੀ ਦੇ ਮੁਖੀ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ, ਜਿਹੜੇ ਹੁਣ ਵਿੱਤ ਮੰਤਰੀ ਹੈ। ਇਹਨਾਂ ਨੇ ਉਹ ਮੈਨੀਫੈਸਟੋ ਤਿਆਰ ਕੀਤਾ ਤੇ ਫਿਰ ਉਹ ਮੈਨੀਫੈਸਟੋ ਜਾਰੀ ਕੀਤਾ। ਜਦੋਂ ਉਹ ਮੈਨੀਫੈਸਟੋ ਜਾਰੀ ਕੀਤਾ ਤੇ ਉਸ ਮੈਨੀਫੈਸਟੋ ਦੇ ਉੱਤੇ ਇੱਕ ਗਰੰਟੀ ਦਿੱਤੀ ਸੀ। ਅੱਜ ਕੱਲ੍ਹ ਕੇਜਰੀਵਾਲ ਸਾਹਿਬ ਗਰੰਟੀਆਂ ਨਹੀਂ ਦਿੰਦੇ, ਆਉਂਦੇ ਕਿ ਆਹ ਲਓ ਇੱਕ ਗਰੰਟੀ, ਆ ਦੂਜੀ ਮੇਰੇ ਖਿਆਲ 8 ਗਰੰਟੀਆਂ ਹੋ ਗਈਆਂ। ਜਿੰਨੀਆਂ ਗਰੰਟੀਆਂ ਦਿੰਦੇ ਉਹਨੇ ਐਮਐਲਏ ਭੱਜ ਜਾਂਦੇ ਜਿੰਨੇ। ਚਲੋ ਉਹ ਤਾਂ ਵੱਖਰੀ ਗੱਲ ਹੈ, ਅਗਲੇ ਗੱਲ ਤਾਂ ਕਰਨੀ ਬਣਦੀ ਹੈ ਜੀ। ਅਗਲੇ ਦਿਨਾਂ 'ਚ ਫਿਰ ਉਹਨਾਂ ਦੀ ਗਰੰਟੀ ਉਹਨਾਂ ਨੇ ਫੇਰ ਦੇਣੀ ਹੈ। ਲੇਕਿਨ ਇਹ ਗਰੰਟੀ ਜਿਹੜੀ ਹੈਗੀ ਹੈ ਪਹਿਲਾਂ ਵੀ ਦਿੱਤੀ ਜਾ ਚੁੱਕੀ ਹੈ ਜੀ। ਇਹ ਗਰੰਟੀ ਕਾਂਗਰਸ ਪਾਰਟੀ ਦੇ ਮੈਨੀਫੈਸਟੋ 'ਚ ਦਿੱਤੀ ਜਾ ਚੁੱਕੀ ਹੈ। ਤੁਹਾਡੀ ਯਾਦ ਹੋਣਾ ਉਹਨਾਂ ਦਿਨਾਂ ਦੇ ਵਿੱਚ ਇਹ ਬਿਆਨ ਆਏ ਸੀ ਜਿਹੜੀ ਮੈਨੀਫੈਸਟੋ ਕਮੇਟੀ ਦੇ ਮੈਂਬਰਾਂ ਦੀ ਔਰ ਇਹਨਾਂ ਦੇ ਮੁਖੀ ਸਾਹਿਬ ਦੀ, ਕਿ ਡਾਕਟਰ ਮਨਮੋਹਨ ਸਿੰਘ ਦੀ ਪ੍ਰਵਾਨਗੀ ਦੇ ਨਾਲ ਤੇ ਉਹਨਾਂ ਦੀ ਜਿਹੜੀ ਹੈਗੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਉਹਨਾਂ ਦੀ ਨਿਗਰਾਨੀ ਦੇ ਤਹਿਤ ਇਹ ਮੈਨੀਫੈਸਟੋ ਤਿਆਰ ਕੀਤਾ ਗਿਆ ਹੈ ਜੀ। ਔਰ ਇਹ ਮੈਨੀਫੈਸਟੋ ਜਿਹੜਾ ਹੈਗਾ, ਇਹ ਮੈਨੀਫੈਸਟੋ ਡਾਕਟਰ ਮਨਮੋਹਨ ਸਿੰਘ ਬਹੁਤ ਵੱਡੇ ਅਰਥ ਸ਼ਾਸਤਰੀ ਹੈ, ਜਦੋਂ ਉਹਨਾਂ ਨੇ ਮੈਨੀਫੈਸਟੋ ਤਿਆਰ ਕੀਤਾ ਤਾਂ ਇਹ ਤੁਹਾਨੂੰ ਇੱਕ ਗਰੰਟੀ ਹੈ ਜੀ ਕਿ ਇਹਦੀ ਕੱਲੀ ਮਦ ਦੇ ਉੱਤੇ ਅਮਲ ਕੀਤਾ ਜਾਊਗਾ। ਦਾਨੇ ਸਭ ਵਾਅਦੇ ਤਾਂ ਬਹੁਤ ਕੀਤੇ ਸੀ, ਲੇਕਿਨ ਇੱਕ ਵਾਅਦਾ ਕਿਸਾਨਾਂ ਨਾਲ ਕੀਤਾ ਸੀ ਕਿ ਜੀ ਤੁਹਾਡਾ ਸਾਰਾ ਕਰਜ਼ਾ ਜਿਹੜਾ ਹੈਗਾ ਅਸੀਂ ਉਹ ਮਾਫ ਕਰਾਂਗੇ। ਤੇ ਜਦੋਂ ਕਾਗਜ਼ ਪੱਤਰ ਚੱਕ ਲਿਆ ਕੇ ਹਿਸਾਬ ਕਿਤਾਬ ਦੇਖ ਲਿਆ ਤੇ ਜਿਹੜੀ ਆਪਣੀ ਕਮੇਟੀ ਹੈ ਮੈਨੀਫੈਸਟੋ ਕਮੇਟੀ ਦੇ ਮੁਖੀ ਬਣ ਗਏ ਵਿੱਤ ਮੰਤਰੀ ਜੀ। ਉਹਨਾਂ ਨੇ ਆਪਦਾ ਜਦੋਂ ਬਹੀ ਖਾਤਾ ਦੇਖਿਆ, ਉਹ ਕਹਿੰਦੇ ਵੀ ਹੈ ਨਹੀਂ ਪੈਸੇ, ਕਰੀਏ ਕੀ? ਫਿਰ ਦਾਨੇ ਵਾਲੀ ਸਭ ਕੁਛ ਇੱਧਰ ਉੱਧਰ ਕੀਤਾ, ਕੁਛ ਨਾ ਕੁਛ ਕਰਾ ਕੇ ਤੇ ਕੁਛ ਇਹਨਾਂ ਨੇ ਫਿਰ ਕਰਜ਼ਾ ਮਾਫ ਕਰਨਾ ਸ਼ੁਰੂ ਕੀਤਾ। ਕਹਿੰਦੇ ਜੀ ਹੁਣ ਅਸੀਂ ਕਿਸ਼ਤਾਂ 'ਚ ਕਰਾਂਗੇ ਜੀ। ਇਹ ਪਹਿਲਾਂ 2.5 ਏਕੜ ਵਾਲਿਆਂ ਦੀ, ਫਿਰ ਉਦੋਂ ਵੱਧ ਵਾਲਿਆਂ ਦੇ, ਫਿਰ ਅਖੀਰ ਤੱਕ ਅਸੀਂ ਸਭ ਦਾ ਕਰ ਦਿਆਂਗੇ ਜੀ। ਨਾਲ ਇਹ ਵੀ ਗੱਲ ਕਹੀ ਸੀਗੀ ਕਿ ਸਾਡੇ ਕੋਲ ਪੈਸਾ GST ਦਾ ਆ ਜਾਊਗਾ। ਇੱਕ ਇਸ ਗੱਲ ਦਾ ਵੀ ਪ੍ਰੋਮਿਸ ਕੀਤਾ ਸੀ ਕਿ 31,000 ਕਰੋੜ ਰੁਪਈਆ ਜਿਹੜਾ ਪੰਜਾਬ ਦੇ ਸਿਰ ਜਾਂਦੇ ਹੋਏ ਬਾਦਲ ਸਾਹਿਬ ਪਾ ਗਏ ਸੀ, ਜਦੋਂ ਰਿਜ਼ਲਟ ਨਿਕਲ ਤੋਂ ਪਹਿਲਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਕੰਮ ਚਲਾਊ ਸਰਕਾਰ ਨੇ, ਉਹ ਕਹਿੰਦਾ ਸੀ ਜੀ ਸਾਡੇ ਸਿਰ ਹੀ ਪਾ ਦਿਓ, ਤੁਸੀਂ ਕਾਹਨੂੰ ਜੀ ਕਰਨਾ ਕਰਾਉਣਾ ਕੀ ਹੈ, ਵੀ ਨਵੀਂ ਸਰਕਾਰ ਵਾਸਤੇ ਪੰਗਾ ਪਾ ਦੇ। ਇਹਨਾਂ ਨੂੰ ਉਮੀਦ ਸੀ ਕਿ ਉਹ ਪੈਸਾ ਵੀ ਆ ਜਾਊਗਾ ਜੀ। ਔਰ ਉਹ ਪੈਸੇ ਨੂੰ ਲਿਆਉਣ ਵਾਸਤੇ ਉਦੋਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੁੰਦੇ ਸੀ ਜਾਖੜ ਸਾਹਿਬ। ਜਾਖੜ ਸਾਹਿਬ ਬੜਾ ਰੌਲਾ ਪਾਉਂਦੇ ਹੁੰਦੇ ਸੀ, ਆ ਦੇਖੋ ਜੀ ਆ ਆਪਣਾ ਮੋਟਰਸਾਈਕਲ ਤੇ ਵੀ ਕਿਤੇ ਆਉਂਦੇ ਹੁੰਦੇ ਸੀ ਕਿ ਮੋਟਰਸਾਈਕਲ ਦੇ ਉੱਤੇ ਵਿਖਾਇਆ ਵਾ ਵੀ ਇਹਦੇ ਰਾਹੀਂ ਅਸੀਂ ਉਹ ਕਣਕ ਢੋਂਦੇ ਰਹੇ, ਇਹੋ ਜਿਹਾ ਕੁਛ ਹੁੰਦਾ ਸੀ। ਉਹ ਪੈਸਾ ਨਹੀਂ ਆਇਆ ਜੀ ਤੇ ਕਹਿੰਦੇ ਹੁਣ ਅਸੀਂ ਹੌਲੀ ਹੌਲੀ ਕਰਾਂਗੇ। ਲਓ ਜੀ ਕੈਪਟਨ ਸਾਹਿਬ ਤਾਂ ਹੋ ਗਏ ਵਿਦਾ ਤੇ ਚੰਨੀ ਸਾਹਿਬ ਆ ਗਏ, ਪਰ ਮੈਨੀਫੈਸਟੋ ਤਾਂ ਕਾਂਗਰਸ ਹੈ। ਉਹੀ ਕਹਾ ਕਿਸਾਨਾਂ ਨੇ ਹੁਣ ਉੱਥੋਂ ਦਿੱਲੀੋਂ ਇੱਕ ਐਲਾਨ ਕਰਤਾ, ਉਹ ਕਹਿੰਦੇ ਸਾਡਾ ਸੰਘਰਸ਼ ਮੁੱਕਦਾ ਨਹੀਂ।
ਦਿੱਲੀ ਵਾਲਾ ਮੋਰਚਾ ਫਤਿਹ ਕਰ ਲਿਆ ਤੇ ਹੁਣ ਤੇ ਫਿਰ ਪੰਜਾਬ ਆਉਣਾ ਤੇ ਪੰਜਾਬ ਦੀ ਸਰਕਾਰ ਨੂੰ ਵੀ ਅਸੀਂ ਘੇਰਨਾ। ਉਹ ਉਧਰੋਂ ਰਣਦੀਪ ਸਿੰਘ ਨਾਭਾ ਉਹ ਕਹਿੰਦੇ ਭਾਈ ਅਸੀਂ ਤਾਂ ਪਹਿਲਾਂ ਹੀ ਕਹਤਾ ਵੀ ਪੰਜਾਬ ਸਰਕਾਰ 112 ਕੇ 18 ਫਸਲਾਂ ਦੇ ਉੱਤੇ MSP ਦੇਊਗੀ, ਸਾਨੂੰ ਨਾ ਘੇਰਿਓ ਕਹਿੰਦੇ। ਉਹ ਤਾਂ ਕਹਿੰਦੇ ਨੇ ਦੇਊਗੀ, ਪਰ ਸਰਕਾਰ ਕਿੰਨੇ ਦਿਨਾਂ ਦੀ ਹੈ? ਗੱਲ ਤਾਂ ਉਹੀ ਹੈ, ਸਰਕਾਰ ਤੇ ਤਾਂ ਦੇਣੀ 15-18 ਹੈ, ਕਿਉਂਕਿ ਦਸੰਬਰ ਦੇ ਅੱਧ ਤੋਂ ਬਾਅਦ ਕਿਸੇ ਅੱਧ ਦੇ ਵਿੱਚ ਆ ਕੇ ਕਦੋਂ ਵੀ ਤੁਹਾਡਾ ਕੋਡ ਲੱਗ ਸਕਦਾ ਜੀ। ਕੋਡ ਆਫ ਕੰਡਕਟ ਜਦੋਂ ਲੱਗ ਗਿਆ ਤੇ ਫਿਰ ਤਾਂ ਸਰਕਾਰ ਦੇ ਪੱਲੇ ਕੁਝ ਨਹੀਂ ਰਹਿਣਾ। ਅਗਲੀ ਸਰਕਾਰ ਕਿਹਦੀ ਆਊਗੀ ਜੀ? ਕੀ ਇਹ ਰਣਦੀਪ ਸਿੰਘ ਨਾਭਾ ਦੀ ਸਰਕਾਰ ਆਊਗੀ, ਚੰਨੀ ਸਾਹਿਬ ਦੀ ਆਊਗੀ, ਸੁਖਬੀਰ ਸਿੰਘ ਬਾਦਲ ਦੀ ਆਊਗੀ, ਜਾਂ ਕੇਜਰੀਵਾਲ ਦੀ ਆਊਗੀ? ਕਿਹਦੀ ਸਰਕਾਰ ਆਊਗੀ? ਇਹ ਸਰਕਾਰ ਤਾਂ ਹਲੇ ਆਉਣੀ ਹੈ ਤੇ ਉਹਨਾਂ ਦਾ ਪ੍ਰੋਮਿਸ ਕਰਦਾ, ਲੇਕਿਨ ਜਿਹੜਾ ਪ੍ਰੋਮਿਸ ਉਹਨਾਂ ਨੇ ਪਹਿਲਾਂ ਕੀਤਾ ਹੋਇਆ ਹੈ ਮੈਨੀਫੈਸਟੋ ਦੇ ਰੂਪ ਵਿੱਚ, ਆਪਾਂ ਤਾਂ ਡਿਮਾਂਡ ਕਰਦੇ ਹਾਂ ਕਿ ਜਿਹੜਾ ਮੈਨੀਫੈਸਟੋ ਕੋਈ ਵੀ ਪਾਰਟੀ ਕਰਦੀ ਹੈ ਜਾਰੀ, ਉਹ ਮੈਨੀਫੈਸਟੋ ਇੱਕ ਜਿਹੜਾ ਹੈਗਾ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ ਜੀ, ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ। ਜਿਹੜੀ ਪਾਰਟੀ ਉਹਦੇ ਤੇ ਅਮਲ ਨਹੀਂ ਕਰਦੀ ਉਹਦੀ ਮਾਨਤਾ ਖਤਮ ਹੋਣੀ ਚਾਹੀਦੀ ਹੈ, ਮੁੜ ਕੇ ਚੋਣ ਨਾ ਲੜ ਸਕੇ, ਬਿਲਕੁਲ ਇਹ ਹੋਣੀ ਚਾਹੀਦੀ ਹੈ। ਪਰ ਜਿੱਥੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਗਰੰਟੀ ਦਿੱਤੀ ਸੀ, ਉਹ ਕਹਿੰਦੇ ਸੀ ਸਾਨੂੰ ਉਹ ਚਾਹੀਦੇ, ਤੇ ਕਿਸਾਨ ਉਹਨੂੰ ਯਾਦ ਕਰਾਉਂਦੇ ਕਿ ਆਵਾਂਗੇ, ਤੇ ਫਿਰ ਜੀ ਆਪਣਾ ਚੰਨੀ ਸਾਹਿਬ ਨੇ ਸੌਖਾ ਰਾਹ ਕੱਢ ਲਿਆ। ਉਹਨਾਂ ਨੇ ਇੱਕ ਚਿੱਠੀ ਲਿਖਤੀ ਜੀ, ਚਿੱਠੀ ਲਿਖੀ ਕਿਹਨੂੰ? ਪ੍ਰਧਾਨ ਮੰਤਰੀ ਨੂੰ। ਕਹਿੰਦੇ ਸ਼੍ਰੀਮਾਨ ਪ੍ਰਧਾਨ ਮੰਤਰੀ ਜੀ, ਤੇ ਜਿਹੜੀ ਜਜ਼ਬਾਤੀ ਜੀ ਚਿੱਠੀ ਲਿਖੀ ਹੈ ਜੀ, ਸ਼੍ਰੀਮਾਨ ਪ੍ਰਧਾਨ ਮੰਤਰੀ ਜੀ, ਕਹਿੰਦੇ ਇਹ ਗੱਲ ਇਹ ਹੈ ਕਿ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨ ਵਾਸਤੇ ਕੇਂਦਰ ਸਰਕਾਰ ਪਹਿਲ ਕਦਮੀ ਲਵੇ ਜੀ। ਤੇ ਕੇਂਦਰ ਸਰਕਾਰ ਜਿਹੜੀ ਕਹਿੰਦੇ ਪਹਿਲ ਕਦਮੀ ਲਵੇ, ਕੀ ਕਰੇ ਕੇਂਦਰ ਸਰਕਾਰ? ਕੇਂਦਰ ਸਰਕਾਰ ਕਹਿੰਦੇ ਵੀ ਕਰਜ਼ਾ ਮਾਫ ਕਰੇ, ਲੀਕ ਹੀ ਫੇਰੇ ਸਾਰੇ ਜੀ, ਉਹਦੇ ਵਿੱਚ ਕਹਿੰਦੇ ਸਾਡਾ ਵੀ ਹਿੱਸਾ ਪਾ ਲਓ, ਅਨੁਪਾਤ ਮੁਤਾਬਕ ਅਸੀਂ ਵੀ ਆਪਣਾ ਸ਼ੇਅਰ ਪਾਵਾਂਗੇ ਜੀ, ਤੇ ਆਪਾਂ ਮਾਫ ਕਰ ਦਈਏ। ਗੱਲ ਤਾਂ ਬੜੀ ਵਧੀਆ ਲੱਗਦੀ ਹੈ, ਪਰ ਮੈਨੂੰ ਦਾਨੇਵਾਲੀਆ ਸਾਹਿਬ ਇਹ ਜਾਣਕਾਰੀ ਹੈ ਕਿ ਬਹੁਤ ਸਾਰੀਆਂ ਸਕੀਮ, ਬਹੁਤ ਸਾਰਾ ਪੈਸਾ ਜੀ ਜਿਹੜਾ ਕੇਂਦਰ ਸਰਕਾਰ ਤੋਂ ਪੰਜਾਬ ਨੂੰ ਮਿਲਣਾ, ਉਹ ਮਿਲ ਨਹੀਂ ਰਿਹਾ। ਕਿਉਂ ਨਹੀਂ ਮਿਲ ਰਿਹਾ? ਇਸ ਕਰਕੇ ਨਹੀਂ ਵੀ GST ਦਾ ਹਿੱਸਾ ਕੇਂਦਰ ਨਹੀਂ ਦੇ, ਕਿਉਂਕਿ ਕਈ ਸਕੀਮਾਂ ਇਹੋ ਜਿਹੀਆਂ ਜਿੱਥੇ ਕੇਂਦਰ ਕਹਿੰਦੀ ਆ ਵੀ ਆਹ ਲਓ 80 ਰੁਪਏ ਜੀ, ਪਰ 20 ਵਿੱਚ ਆਪਦੇ ਪਾਓ, 100 ਰੁਪਏ ਪੂਰਾ ਕਰੋ। ਕਿਤੇ ਉਹ ਕਹਿੰਦੇ ਆ ਲਓ ਜੀ 60 ਰੁਪਏ 40 ਆਪਦੇ ਪਾਓ। ਪੰਜਾਬ ਸਰਕਾਰ ਕੋਲੇ ਤਾਂ ਆਪਦਾ ਹਿੱਸਾ ਪਾਉਣ ਜੋਗਰੇ ਵੀ ਪੈਸੇ ਹੈ ਨਹੀਂਗੇ, ਬਿਲਕੁਲ ਖਾਲਿਆਂ ਦੇ ਪੈਸੇ ਮੁੜ ਗਏ ਸੀਗੇ, ਬੜੀਆਂ ਸਕੀਮਾਂ ਦੇ ਉਹਨਾਂ ਕੋਲ ਤਾਂ ਪੈਸੇ ਉਹ ਹੈ ਨਹੀਂਗੇ। ਹੁਣ ਇਹ ਕਹਿੰਦੇ ਜੀ ਅਸੀਂ ਕਰਜ਼ਾ ਮਾਫੀ ਦੇ ਪਾ ਦੇਂਗੇ, ਕਿੱਥੋਂ ਪਾ ਦਿਓਗੇ ਜੀ? ਲੋਕਾਂ ਇਹ ਮੈਂ ਇੱਥੇ ਜਿਹੜਾ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ 100% ਸਹਿਮਤ ਹਾਂ। ਉਹ ਇਹੀ ਕਹਿੰਦੇ ਵੀ ਲਾਲੀਪਾਪ ਨਾ ਦੇਈ ਜਾਓ ਲੋਕਾਂ ਨੂੰ। ਉਹ ਤਾਂ ਕਹਦੇ ਜੀ ਅੱਜ ਕਹਿੰਦੇ ਜੇ ਤੁਸੀਂ ਮੇਰੇ ਨਾ ਮੰਨੇ ਮੈਂ ਤਾਂ ਕਹਿੰਦਾ ਚੋਣ ਵੀ ਨਹੀਂ ਲੜਦਾ। ਅੱਜ ਸੱਦੇ ਹੈ ਨਾ ਫੇਰ ਦਿੱਲੀ ਗਏ, ਚਲੋ ਉਹ ਤਾਂ ਸੱਦ ਲਏ ਹੋਣਗੇ, ਉਹ ਵੱਖਰੀ ਗੱਲ ਹੈ। ਪਰ ਜਿਹੜੀ ਉਹਨਾਂ ਨੇ ਕਿਹਾ ਵੀ ਪਹਿਲਾਂ ਪੈਸੇ ਦਾ ਪ੍ਰਬੰਧ ਕਰੋ, ਜਿੰਨੀ ਦੇਰ ਤੁਹਾਡੇ ਪੈਸੇ ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਤੁਹਾਡੇ ਕੋਲੇ ਪੈਸੇ ਹੈ ਨਹੀਂ, ਸਕੀਮਾਂ ਤੁਸੀਂ ਜਾਰੀ ਕਰੀ ਜਾਂਦੇ ਜੀ ਜੀ। ਦਾਨੇਵਾਲੀਆ ਸਾਹਿਬ ਜਿੱਦਾਂ ਦੀ ਇਹ ਸਰਕਾਰ ਬਣੀ ਹੈ, ਇਸ ਸਰਕਾਰ ਨੇ ਕਹਿੰਦੇ ਕੋਈ 85 ਵਾਅਦੇ ਕੀਤੀ ਸੀ, 85 ਫੈਸਲੇ ਕੀਤੇ ਤੇ ਲਾਗੂ ਕਿੰਨੇ ਹੋਏ ਜੀ? 8। ਕੈਬਨਿਟ ਦੀਆਂ ਮੀਟਿੰਗਾਂ ਹੋ ਗਈਆਂ 11-12 ਜੀ। ਇੱਕ ਕੈਬਨਿਟ ਦੀ ਮੀਟਿੰਗ ਅੱਜ ਹੋ ਰਹੀ ਹੈ, ਐਲਾਨ ਕਰਦੇ ਤੇ ਜੇ ਇੱਕ ਮੋਟਾ ਜਿਹਾ ਹਿਸਾਬ ਲਾ ਕੇ ਤੁਸੀਂ ਦੇਖ ਲਓ ਜਿਹੜੇ ਐਲਾਨ ਕੀਤੇ ਹੈ ਜੀ, ਉਹਨਾਂ ਐਲਾਨਾਂ ਦੇ ਲਈ, ਉਹਨਾਂ ਐਲਾਨਾਂ ਦੀ ਪੂਰਤੀ ਲਈ ਕਿੰਨਾ ਪੈਸਾ ਚਾਹੀਦਾ ਹੈ? 20,000 ਕਰੋੜ ਜੀ। ਕੀ ਪੰਜਾਬ ਸਰਕਾਰ ਦੇ ਕੋਲੇ 20,000 ਕਰੋੜ ਰੁਪਇਆ ਵਾਪਰ ਹੈਗਾ ਅੱਜ ਦੀ ਘੜੀ 'ਚ? ਇਹ ਹੋਊ ਕਿਵੇਂ ਕਿ ਤੁਸੀਂ ਮਤਲਬ ਹੁਣ ਕੇਂਦਰ ਨੂੰ ਵੀ ਕਹਿੰਦਾ ਜੀ ਤੁਸੀਂ ਇਹ ਗੱਲ ਕਰਦੇ ਹੋ, ਅਸਲ ਦੇ ਵਿੱਚ ਕੇਂਦਰ ਨੂੰ ਕਿਹਾ ਨਹੀਂ, ਖਹਿੜਾ ਛੜਾਇਆ ਕਿ ਜੀ ਸਾਡਾ ਛੱਡੋ ਖਹਿੜਾ, ਇਸ ਪਾਸੇ ਨੂੰ ਪਾ ਦਿਓ। ਤੇ ਹੁਣ ਇੱਕ ਜੋ ਕਿਸਾਨ ਆਉਣਗੇ ਤੇ ਚੰਨੀ ਸਾਹਿਬ ਨੇ ਫਿਰ ਕਹਿੰਦੇ ਮੈਂ ਤਾਂ ਆਪ ਯਾਰ ਤੁਹਾਡੇ ਵਰਗਾ ਹੀ ਹਾਂ, ਮੈਂ ਤਾਂ ਹਲ ਵੀ ਵਾਹੁੰਦਾ ਰਿਹਾ, ਮੈਂ ਤਾਂ ਵਾਹੀ ਵੀ ਕਰਦਾ ਰਿਹਾ ਜੀ, ਮੈਨੂੰ ਪਤਾ ਕਿਸਾਨਾਂ ਦੇ ਦੁੱਖ ਕੀ ਹੈ। ਮੈਂ ਤਾਂ ਪਿੰਡਾਂ 'ਚ ਵੀ ਜਾਣਾ, ਮੈਂ ਕਿਸਾਨਾਂ ਨੂੰ ਮਿਲਦਾ, ਮੈਂ ਮਜ਼ਦੂਰਾਂ ਨੂੰ ਮਿਲਦਾ, ਸਾਡੀ ਤਾਂ ਗੱਲ ਹੀ ਇੱਕੋ ਜੀ ਹੈ ਜੀ। ਔਰ ਹੁਣ ਉਹ ਕਹਿਣਗੇ ਵੀ ਮੈਂ ਤਾਂ ਬੱਚਿਆਂ ਦਾ ਵੀ ਖਿਆਲ ਰੱਖਦਾ, ਉਹਨਾਂ ਨੂੰ ਵੀ ਮੈਂ ਤਾਂ ਹੈਲੀਕਾਪਟਰ ਝੂਟੇ ਦਵਾਤੇ ਜੀ। ਮੈਂ ਤੁਹਾਡੇ ਵਿੱਚੋਂ ਤੁਹਾਡਾ ਬੰਦਾ, ਮੈਂ ਆਮ ਆਦਮੀ ਹਾਂ ਜੀ ਜੀ, ਮੇਰਾ ਤਾਂ ਕਸੂਰ ਕੋਈ ਨਹੀਂ। ਮੈਂ ਤਾਂ ਕੇਂਦਰ ਨੂੰ ਚਿੱਠੀ ਲਿਖਤੀ ਸੀ ਜਿਹਦਾ ਨਰਿੰਦਰ ਮੋਦੀ ਜ਼ਿੰਮੇਵਾਰ ਹੈ, ਪਰ ਕਿਸਾਨ ਕਹਿੰਦੇ ਨਹੀਂ ਹਿਸਾਬ ਲਵਾਂਗੇ ਜੀ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ, ਸਾਡੀਆਂ ਵੋਟਾਂ ਲਈਆਂ, ਉਹ ਵੋਟਾਂ ਦੇ ਵਿੱਚ ਜਿਹੜਾ ਸਾਡੇ ਨਾਲ ਵਾਅਦਾ ਕੀਤਾ, ਵਾਅਦਾ ਪੂਰਾ ਕਿਉਂ ਨਹੀਂ ਕੀਤਾ ਜੀ ਜੀ ਜੀ। ਸੋ ਦੇਖਦੇ ਹਾਂ ਕੀ ਬਣਦਾ। ਵਾਅਦਾ ਅੱਜ ਫੇਰ ਸੱਦਿਆ, ਹਾਜ਼ਰ ਹੋ ਕਰਤਾ ਫੇਰ ਜੀ, ਅੱਜ ਇਹ ਹਾਜ਼ਰ ਹੋ ਜੀ ਕੰਮ ਲੰਘੀ ਜਾਂਦਾ। ਤੇ ਸਿੱਧੂ ਦੇ ਇਸ ਗੱਲ ਨੂੰ ਕਿਵੇਂ ਲੈ ਕੇ ਚੱਲਦੇ ਵੀ ਜੇ ਉਹ ਕਹਿੰਦਾ ਮੈਂ ਤਾਂ ਨਹੀਂ ਫਿਰ ਇਲੈਕਸ਼ਨ ਲੜਦਾਗਾ ਜੇ ਤੁਸੀਂ ਮੇਰੀ ਗੱਲ ਨਾ ਮੰਨੀ, ਇਹ ਕਿਵੇਂ? ਫਿਰ ਦੇਖੋ ਗੱਲ ਇਹ ਹੈ ਵੀ ਮੈਨੂੰ ਨਹੀਂ ਪਤਾ ਵੀ ਸਿੱਧੂ ਸਾਹਿਬ ਕੀ ਇਹਦੇ 'ਚ ਕੀ ਫੈਸਲਾ ਕਰਨਗੇ। ਹੁਣ ਗੱਲ ਤਾਂ ਉਹਨਾਂ ਦੀ, ਹਰ ਗੱਲ ਤਾਂ ਉਹਦੀ ਮੰਨੀ ਜਾ ਰਹੀ ਹੈ। ਉਹ ਕਹਿੰਦੇ ਐਡਵੋਕੇਟ ਜਨਰਲ ਬਦਲ ਦਿਓ, ਕਹਿੰਦੇ ਜੀ ਬਦਲ ਹੁਣ ਮਗਰ ਇਹਦਾ ਮਤਲਬ ਆਪਦੇ ਫਿਰ ਕਹਿੰਦੇ DJP ਜਾਂ ਫਿਰ ਸਿੱਧਾ ਹੀ ਕਹਿ ਦੇਣ ਵੀ ਮੈਨੂੰ ਮੁੱਖ ਮੰਤਰੀ ਬਣਾ ਦੇ। ਨਹੀਂ ਦੇਖੋ ਮੁੱਖ ਮੰਤਰੀ ਵਾਲੀ ਗੱਲ ਵੀ ਹੈਗੀ ਹੈ, ਮੁੱਖ ਮੰਤਰੀ ਬਣਾਉਣ ਵਾਲੀ ਗੱਲ ਵੀ ਹੈਗੀ ਹੈ, ਲੇਕਿਨ ਸਵਾਲ ਤਾਂ ਵੱਡਾ ਇਹ ਪੈਦਾ ਹੁੰਦਾ ਨਾ ਵੀ ਕੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ
ਕੇਂਦਰ ਦੀ ਕਾਂਗਰਸ ਪਾਰਟੀ ਕਿਸੇ ਸਟੇਟ ਨੂੰ ਇੰਨੀ ਖੁਦਮੁਖਤਿਆਰੀ ਦੇ ਦੂਗੀ ਕਿ ਨਹੀਂ ਦੇਦੀ। ਉਹਦਾ ਪ੍ਰੈਜ਼ੀਡੈਂਟ ਆਪਦੀ ਮਰਜ਼ੀ ਕਰ ਲੈ। ਹਾਂ, ਉਹਨਾਂ ਨੇ ਵੀ ਦੇਖਣਾ ਉਹਨੇ ਤਾਂ ਪੱਕਾ ਜਿਹੜਾ ਹੈਗਾ, ਪਹਿਲਾਂ ਤੁਸੀਂ ਦੇਖੋ ਹਰੀਸ਼ ਰਾਵਤ ਹਫ਼ਤੇ 10 ਦਿਨਾਂ ਬਾਅਦ ਆਉਂਦਾ ਸੀ ਜੀ ਜੀ ਰਾਜੀਨਾਮਾ ਕਰਾਉਣ ਵਾਸਤੇ, ਗੱਲਬਾਤ ਕਰਨ ਵਾਸਤੇ। ਹੂੰ। ਹੁਣ ਇੱਕ ਪੱਕਾ ਮਾਲ ਮੰਤਰੀ ਸੀ ਤੁਹਾਡਾ ਉੱਥੋਂ ਦਾ ਰਾਜਸਥਾਨ ਦਾ, ਉਹ ਲਾਤਾ, ਉਹਨੇ ਅਸਤੀਫਾ ਦੇ ਦਿੱਤਾ ਤੇ ਚੰਡੀਗੜ੍ਹ ਆ ਕੇ ਬਹਿ ਗਿਆ। ਹਾਂ। ਅਮਰਿੰਦਰ ਸਿੰਘ ਨੇ ਪਿਛਲੇ ਦਿਨਾਂ 'ਚ ਇੱਕ ਮੁੱਦਾ ਵੀ ਉਠਾਇਆ ਸੀ। ਉਹਨੇ ਕਿਹਾ ਸੀ ਪਹਿਲੀ ਗੱਲ ਤਾਂ ਜਿਹੜਾ ਬੰਦਾ ਆਇਆ ਹੈ ਜੀ, ਇਹ ਬੰਦਾ ਆਪਦੀ ਮਰਜ਼ੀ ਨਾਲ ਅਸਤੀਫਾ ਨਹੀਂ ਲਿਆ ਕੇ ਆਇਆ, ਇਹਦਾ ਅਸਤੀਫਾ ਲਿਆ ਗਿਆ। ਇਹਦੀ ਨੌਕਰੀ ਕਹਿੰਦੇ ਖਤਮ ਕੀਤੀ ਹੈ ਜੀ। ਤੇ ਨਾਲ ਅਮਰਿੰਦਰ ਸਿੰਘ ਨੇ ਇਹ ਵੀ ਦੋਸ਼ ਲਾਇਆ ਸੀ ਕਿ ਇਹ ਬੰਦਾ ਕਤਲ ਦੇ ਇੱਕ ਕੇਸ ਵਿੱਚ ਨਾਮਜ਼ਦ ਹੈ। ਹਾਂ। ਇਸ ਕਰਕੇ ਇਹਦਾ ਅਸਤੀਫਾ ਗਹਿਲੋਤ ਨੇ ਲੈ ਲਿਆ। ਉਹ ਕਹਿੰਦੇ ਪਰਮਾਨੈਂਟ ਇੱਥੇ ਆ ਕੇ ਬਹਿ ਗਿਆ। ਇਹਦਾ ਖਰਚਾ ਕੌਣ ਉੱਠਦਾ? ਹਾਂ, ਇੱਕ ਮੰਤਰੀ ਦੇ ਨਾਂ ਦੇ ਉੱਤੇ ਕੋਠੀ ਲਟਕਰਾਈ, ਉਹਦੇ 'ਚ ਰਹਿੰਦਾ ਇਹ। ਉਹ ਕਹਿੰਦੇ ਵੀ ਮੈਂ ਬਹੁਤ ਸਾਰੇ ਜਿਹੜੇ ਹੈਗੇ, ਜਦੋਂ ਮੈਂ ਕਾਂਗਰਸ ਪਾਰਟੀ 'ਚ ਹੁੰਦਾ ਸੀ, ਮੈਂ ਬੜੇ ਜਨਰਲ ਸਕੱਤਰ ਇੰਚਾਰਜਾਂ ਨਾਲ ਕੰਮ ਕੀਤਾ ਹੈ, ਲੇਕਿਨ 2-4 ਦਿਨ ਆਉਂਦੇ ਸੀ, ਆ ਕੇ ਕੋਈ ਝੁੱਗੀ ਪਾ ਕੇ ਤਾਂ ਬਹਿੰਦਾ ਨਹੀਂ ਸੀ। ਇਹਦਾ ਝੁੱਗੀ ਨਹੀਂ, ਸਰਕਾਰੀ ਕੋਠੀ ਹੈ। ਸਰਕਾਰੀ ਕੋਠੀ ਦੇ ਵਿੱਚ ਰਿਹਾ ਤੇ ਉਹ ਕਹਿੰਦੇ ਕੈਬਨਿਟ ਦੀਆਂ ਮੀਟਿੰਗਾਂ ਦੇ ਵਿੱਚ ਹੀ ਬਹਿੰਦੇ, ਅਫੀਸਰਾਂ ਨੂੰ ਵੀ ਹਦਾਇਤਾਂ ਦਿੰਦੇ। ਹੁਣ ਜਦੋਂ ਪੱਕਾ ਬੰਦਾ ਲਿਆ ਕੇ ਉਹਨਾਂ ਨੇ ਇੱਥੇ ਬਹਾਤਾ ਜੀ, ਤੇ ਮੈਨੂੰ ਦੱਸੋ ਦਾਨੇ ਵਾਲੀਆ ਸਭ ਖੁਦਮੁਖਤਿਆਰੀ ਪ੍ਰਧਾਨ ਨੂੰ ਦੇਣਗੇ ਕਿਵੇਂ? ਇਹ ਤੁਹਾਨੂੰ ਪ੍ਰਧਾਨ ਜੀ ਤੇ ਨਿਰਭਰ ਹੈ ਕਿ ਉਹਨਾਂ ਨੇ ਚੋਣ ਲੜਨੀ ਹੈ ਕਿ ਨਹੀਂ ਲੜਨੀ। ਕਈ ਵਾਰ ਹੁਣ ਪਿਛਲੇ ਦਿਨਾਂ 'ਚ ਉਹਨਾਂ ਨੇ ਕਹਿਤਾ ਸੀ ਮੈਂ ਤਾਂ ਅਸਤੀਫਾ ਦਿੱਤਾ ਜੀ, ਫਿਰ ਉਹਨੇ ਕਹਿੰਦਾ ਮੈਂ ਤਾਂ ਸਿਪਾਹੀ ਹਾਂ ਜੀ, ਅਸਤੀਫਾ ਦਿੱਤਾ ਸੀ। ਕਹਿੰਦੇ ਮੈਂ ਉਨੀ ਦੇਰ ਤੱਕ ਕੰਮ ਨਹੀਂ ਸ਼ੁਰੂ ਕਰਦਾ ਜੀ ਜਿੰਨੀ ਦੇਰ ਤੱਕ ਐਡਵੋਕੇਟ ਜਨਰਲ ਤੇ ਡੀਜੀਪੀ ਨਹੀਂ ਬਦਲੇ ਜਾਂਦੇ। ਐਡਵੋਕੇਟ ਜਨਰਲ ਤਾਂ ਬਦਲਦਾ ਉਹਨਾਂ ਦਾ ਆਪਦਾ ਆ ਗਿਆ, ਲੇਕਿਨ ਜਿੰਨੇ ਕੇਸ ਹੁਣ ਐਡਵੋਕੇਟ ਜਨਰਲ ਦੇ, ਇਸ ਨਵੇਂ ਐਡਵੋਕੇਟ ਜਨਰਲ ਦੇ ਆਏ ਹੈ ਸਾਰੇ, ਜਿਵੇਂ ਪਹਿਲਾਂ ਨੰਦੇ ਵੇਲੇ ਡਿੱਗਦੇ ਸੀ, ਅਤੁਲ ਨੰਦਾ ਵੇਲੇ ਕੇਸ ਉਵੇਂ ਫਿਰ ਡਿੱਗੀ ਜਾਂਦੇ ਜੀ। ਪ੍ਰਾਪਤੀ ਕਿੰਨੀ ਕੁ ਹੈ? ਦੂਜੀ ਗੱਲ ਹੈ ਵੀ ਡੀਜੀਪੀ ਦਾ ਜੇ ਉਹੀ ਬੈਠਾ ਤੇ ਉਹਨਾਂ ਨੇ ਆਪਣਾ ਚਾਰਜ ਸੰਭਾਲ ਵੀ ਰਿਹਾ, ਕੰਮ ਵੀ ਕਰੀ ਜੀ। ਇਸ ਕਰਕੇ ਪੋਲੀਟੀਕਲ ਬੰਦੇ ਜੋ ਕਹਿੰਦੇ ਆ ਉਹਦੇ ਤੇ ਆਪਾਂ ਹੂ ਇਤਬਾਰ ਨਹੀਂ ਕਰ ਸਕਦੇ। ਬਿਲਕੁਲ। ਇੱਕ ਹੁੰਦਾ ਜੀ ਇੰਨਾ ਵੰਡੇ ਰੇਵੜੀਆਂ ਮੋੜ ਘਰਦਿਆਂ ਨੂੰ ਦੇ। ਹਾਂਜੀ ਕਹਿੰਦੇ ਘਰ ਨੌਕਰੀ ਜਿਹੜੀ, ਉਹ ਕਹਿੰਦੇ ਕਿਸੇ ਨੂੰ ਤਾਂ ਕੀ ਦੇਣੀ ਹੈ, ਘਰੇ ਹੀ ਦੇਈ ਚਲੋ, ਆਪਣੇ ਘਰ ਨੌਕਰੀ ਦਿਓ। ਨਹੀਂ, ਫਿਰ ਤਾਂ ਨਾ ਆਪਣਾ ਜਿਹੜੀ ਘਰ ਨੌਕਰੀ ਦਾ ਵਾਅਦਾ ਵੀ ਉਸੇ ਮੈਨੀਫੈਸਟੋ 'ਚ ਕੀਤਾ ਸੀ, ਜਿਹਦੀ ਗਰੰਟੀ ਦਾ ਦਾਅਵਾ ਕੀਤਾ ਗਿਆ ਸੀ ਕਿ ਡਾਕਟਰ ਮਨਮੋਹਨ ਸਿੰਘ ਨੇ ਦਿੱਤੀ ਹੈ ਜੀ। ਘਰ ਕਹਿੰਦੇ ਨੌਕਰੀ ਦੇਵਾਂਗੇ, ਪਰ ਨੌਕਰੀਆਂ ਮਿਲ ਰਹੀਆਂ, ਮਿਲ ਕਿਹਨਾਂ ਨੂੰ ਰਹੇ? ਵਜ਼ੀਰਾਂ ਦੇ ਮੁੰਡਿਆਂ ਨੂੰ ਜੀ। ਮਿਲ ਕਿਹਨਾਂ ਨੂੰ ਰਹੇ? MLA ਦੇ ਮੁੰਡਿਆਂ ਨੂੰ, ਤਾਕਤਵਰ ਲੋਕ ਹੈ ਜਿਹੜੇ, ਉਹਨਾਂ ਦੇ ਮੁੰਡਿਆਂ ਨੂੰ। ਹੁਣ ਜੇ ਆਪਾਂ ਇਕੱਲੇ ਬੰਦੇ ਦੀ ਗੱਲ ਕਰ ਲਈਏ ਤਾਂ ਪਹਿਲੀ ਜਿਹੜੀ ਹੈਗੀ ਹੈ ਨੌਕਰੀ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਤੇ ਜੀ, ਉਹ ਮਿਲੀ ਸੀ ਬੇਅੰਤ ਸਿੰਘ ਹੋਰਾਂ ਦੇ ਪੋਤਰੇ ਨੂੰ। ਉਹਨੂੰ DSP ਭਰਤੀ ਕੀਤਾ ਸੀ। ਇਹ ਗੱਲ ਠੀਕ ਹੈ ਜੀ ਕਿ ਉਸ ਵੇਲੇ ਦੀ ਸਰਕਾਰ ਨੇ ਇੱਕ ਪਾਲਿਸੀ ਤਿਆਰ ਕੀਤੀ ਸੀ ਜਦੋਂ ਖਾੜਕੂਵਾਦ ਚੱਲਦਾ ਸੀ ਜੀ, ਕਿ ਜਿਹੜਾ ਬੰਦਾ ਖਾੜਕੂਆਂ ਹੱਥੋਂ ਮਾਰਿਆ ਗਿਆ ਉਹਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਊਗੀ ਜੀ। ਔਰ ਕਿਉਂ ਦਿੱਤੀ ਜਾਊਗੀ? ਤਾਂ ਕਿ ਉਹਨਾਂ ਦੀ ਉਪਜੀਵਕਾ, ਉਹਨਾਂ ਦੇ ਪਰਿਵਾਰ ਦੀ ਰੋਜੀ ਰੋਟੀ ਚੱਲਦੀ ਰਹੇ, ਉਹਨਾਂ ਦੇ ਪਰਿਵਾਰ ਦਾ ਚੁੱਲ੍ਹਾ ਬਲਦਾ ਰਹੇ ਜੀ। ਕਮਾਈ ਕਰਨ ਵਾਲਾ ਬੰਦਾ ਮਾਰਿਆ ਗਿਆ ਤੇ ਉਹਨਾਂ ਨੂੰ ਆਪਾਂ ਇੰਨੀ ਕੁ ਮਦਦ ਦੇ ਦਈਏ, ਗੱਲ ਕਹੀ ਜੀ। ਪਰ ਸਰਦਾਰ ਬੇਅੰਤ ਸਿੰਘ ਤਾਂ ਮੁੱਖ ਮੰਤਰੀ ਸੀਗੇ, ਉਹਨਾਂ ਦੇ ਪੋਤਰੇ ਜਿਹੜੇ ਹੈਗੇ ਆ ਉਹ ਵੀ ਖਾਂਦੇ ਪੀਂਦੇ ਘਰ ਚੋਂ ਜੀ। ਉਹਨਾਂ ਦੀ ਇਕਨੋਮੀ ਕੋਈ ਐਸੀ ਗੱਲ ਨਹੀਂ, ਉਹਨੂੰ ਭਰਤੀ ਕਰਤਾ। ਅੱਛਾ, ਭਰਤੀ ਕਰਤਾ, ਕਹਿੰਦੇ ਚਲੋ ਕਿਹਾ ਇਹ ਕਿ ਉਸ ਕੋਟੇ 'ਚ ਕਰਤਾ, ਠੀਕ ਹੈ ਜੀ। ਫਿਰ ਜਿਹੜੀ ਹੈਗੀ ਆ ਅਗਲੀ ਗੱਲ ਆ ਗਈ ਵੀ ਹੋਰ ਵੀ ਬੰਦੇ ਹੈਗੇ ਆ ਜੀ, ਹੋਰਾਂ ਬੰਦਿਆਂ ਦੀਆਂ ਭਰਤੀਆਂ ਵਾਲਾ ਮਾਮਲਾ ਵੀ ਸ਼ੁਰੂ ਹੋ ਗਿਆ ਜੀ। ਲੇਟੈਸਟ ਜਿਹੜਾ ਰੌਲਾ ਪਿਆ ਸੀ, ਉਹ ਪਿਆ ਸੀ ਰੌਲਾ ਫਤਿਹ ਜੰਗ ਸਿੰਘ ਬਾਜਵਾ। ਫਤਿਹ ਜੰਗ ਸਿੰਘ ਬਾਜਵਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਜੀ ਖੇਮੇ 'ਚ ਸੀ। ਫਤਿਹ ਜੰਗ ਸਿੰਘ ਬਾਜਵਾ ਦਾ ਬਾਪ ਹੁੰਦਾ ਸੀ ਸਰਦਾਰ ਸਤਨਾਮ ਸਿੰਘ ਬਾਜਵਾ ਜੀ। ਸਤਨਾਮ ਸਿੰਘ ਬਾਜਵਾ ਦਾ ਵੀ ਕਤਲ ਹੋ ਗਿਆ ਸੀ। ਕਿਹਾ ਜਾਂਦਾ ਕਿ ਉਹ ਕਤਲ ਖਾੜਕੂਆਂ ਨੇ ਕੀਤਾ ਸੀ ਜੀ। ਔਰ ਫਤਿਹ ਜੰਗ ਸਿੰਘ ਬਾਜਵਾ ਆਪ MLA, ਉਹਨਾਂ ਦੇ ਭਰਾਤਾ ਸ਼੍ਰੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ, ਉਹ ਪਾਰਲੀਮੈਂਟ ਦੇ ਮੈਂਬਰ। ਉਹ ਤੋਂ ਪਹਿਲਾਂ ਉਹ ਪੰਜਾਬ ਦੀ ਕੈਬਨਿਟ ਦੇ ਮੈਂਬਰ ਰਹੇ ਹੈ ਜੀ। ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਸ਼੍ਰੀਮਤੀ ਔਰ ਫਤਿਹ ਜੰਗ ਸਿੰਘ ਬਾਜਵਾ ਦੀ ਵਾਈਫ ਭਾਬੀ ਚਰਨਜੀਤ ਕੌਰ ਜੀ, ਉਹ MLA ਰਹੀ ਹੈ। ਤੇ ਸਾਰਾ ਟੱਬਰ ਜਿਹੜਾ ਵੈਲ ਟੂ ਡੂ ਸੀਗਾ, ਉੱਥੇ ਫਿਰ ਉਹ ਦੇਣ ਦੀ ਲੋੜ ਕਿਉਂ ਪਈ? ਕਿਉਂਕਿ ਉਹਨਾਂ ਦਾ ਸੰਕਟ ਚੱਲਦਾ ਸੀ ਜੀ, ਸਿਆਸੀ ਸੰਕਟ ਚੱਲਦਾ ਸੀ। ਸਿਆਸੀ ਸੰਕਟ ਦੇ ਚੱਲਦਿਆਂ ਨੌਕਰੀ ਉਹਨਾਂ ਨੂੰ ਦੇਤੀ। ਰੌਲਾ ਪੈ ਗਿਆ, ਤੇ ਰੌਲਾ ਪਾਇਆ ਕਿਹਨੇ ਸੀ? ਰੌਲਾ ਪਾਉਣ ਵਾਲੇ ਬੰਦੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਸੀ ਜੀ। ਸ਼ਾਇਦ ਮੇਰਾ ਖਿਆਲ ਪ੍ਰਗਟ ਸਿੰਘ ਵੀ ਬੋਲੇ ਸੀ, ਸਾਰੇ ਬੋਲੇ ਸੀਗੇ, ਠੀਕ ਹੈ। ਸੁਖਜਿੰਦਰ ਸਿੰਘ ਰੰਧਾਵਾ ਵੀ ਬੋਲਿਆ ਸੀ। ਤੇ ਬਾਅਦ ਦੇ ਵਿੱਚ ਜੀ ਫਿਰ ਘਰ ਨੌਕਰੀ ਜਦੋਂ ਉਹ ਹੋਈ ਜੀ, ਕੈਪਟਨ ਅਮਰਿੰਦਰ ਸਿੰਘ ਚਲੇ ਗਏ ਤੇ ਫਿਰ ਇੱਕ ਨੌਕਰੀ ਹੋਰ ਨਿਕਲ ਆਈ। ਐਡਵੋਕੇਟ ਜਨਰਲ ਤੋਂ ਬਾਅਦ ਹੁੰਦਾ ਜੀ ਇੱਕ ਐਡੀਸ਼ਨਲ ਐਡਵੋਕੇਟ ਜਨਰਲ। ਉਹਦੇ ਤੇ ਗੁਨਾਹ ਕਿਹਦਾ ਪੈ ਗਿਆ? ਉਹਦੇ ਤੇ ਪੈ ਗਿਆ ਜੀ
ਸੁਖਜਿੰਦਰ ਸਿੰਘ ਰੰਧਾਵੇ ਦੇ ਕਹਿੰਦੇ ਲਾ ਦਾ ਇਹਨੂੰ ਲਾਤਾ। ਹਾਲਾਂਕਿ ਉਹ ਲਾ ਗ੍ਰੈਜੂਏਟ ਹੈ, ਪ੍ਰੈਕਟਿਸ ਵੀ ਹੈ, ਕੁਆਲੀਫਾਈ ਕਰਦਾ ਹੈ ਜੀ, ਪਰ ਸਵਾਲ ਇਹ ਪੈਦਾ ਹੁੰਦਾ ਕਿ ਕੀ ਹੋਰ ਕੁਆਲੀਫਾਈ ਕਰਨ ਵਾਲਾ ਬੰਦਾ ਹੈ ਨਹੀਂ ਸੀ? ਹੋਰ ਬੰਦਾ ਕਿਉਂ ਨਹੀਂ ਕੋਈ ਕਾਬਲ ਹੈ ਜੀ? ਜੇ ਆਪਾਂ ਇਸ ਕਿਸਮ ਦੀ ਦੇਖੀਏ, ਜੇ ਐਡਵੋਕੇਟ ਜਨਰਲ ਲਾਉਣ ਦੀ ਗੱਲ ਕਰਦੇ ਆ ਵੀ ਦਿਓਲ ਸਾਹਿਬ ਹੋ ਗਏ, ਬੜਾ ਵੱਡਾ ਨਾਂ ਸੀ, ਪਟਵਾਲੀਆ ਸਾਹਿਬ ਆ ਗਏ, ਨਾਂ ਇਹ ਵੀ ਛੋਟਾ ਨਹੀਂ, ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਲਾਤੇ ਬੇਅਦਬੀ ਦੇ ਕੇਸਾਂ ਦੇ ਲਈ RS ਬੈਂਸ ਸਾਹਿਬ ਬਹੁਤ ਵੱਡਾ ਨਾਂ ਹੈ ਜੀ, ਪਰ ਜੇ ਐਡੀਸ਼ਨਲ ਲਾਉਣਾ ਜਾਂ ਕੋਈ ਹੋਰ ਤੁਸੀਂ ਲਾਉਣੇ ਤੇ ਨਾਂ ਤਾਂ ਹੋਰ ਵੀ ਬੜੇ ਹੈਗੇ। ਸਰਤੇਜ ਸਿੰਘ ਨਰੂਲਾ ਜੀ, ਜਿਹੜਾ ਪਬਲਿਕ ਪ੍ਰੋਸੀਕਿਊਟਰ ਸੀ ਇਹਦੇ ਖਿਲਾਫ ਸੁਮੈਧ ਸੈਣੀ ਦੇ ਕੇਸਾਂ 'ਚ, ਉਹਦੇ ਬਾਰੇ ਸੋਚਿਆ ਜਾ ਸਕਦਾ ਸੀ। ਜੇ ਆਪਾਂ ਐਡਵੋਕੇਟ ਜਨਰਲ ਦੀ ਗੱਲ ਕਰੀਏ ਤਾਂ ਬੜਾ ਚਰਚਿਤ ਨਾਂ ਇੱਕ ਹੋਰ ਹੈ, ਪ੍ਰਦੀਪ ਸਿੰਘ ਵਿਰਕ ਜੀ ਹੈਗਾ, ਪ੍ਰਦੀਪ ਸਿੰਘ ਵਿਰਕ ਹੈ, ਉਹਦੇ ਬਾਰੇ ਕਿਉਂ ਨਹੀਂ ਸੋਚਿਆ ਗਿਆ? ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ MLA ਤੇ ਵਜ਼ੀਰਾਂ ਦੇ ਰਿਸ਼ਤੇਦਾਰ ਕਿਉਂ ਆਏ? ਲਓ ਜੀ, ਉਹ ਆ ਗਏ ਤੇ ਉਹਨੂੰ ਵੀ ਦੇਤੀ। ਉਹਦੇ ਤੇ ਜਦੋਂ ਕਿੰਤੂ ਪਰੰਤੂ ਹੋ ਗਿਆ ਵੀ ਆ ਦੱਸੋ ਜੀ ਆਹ ਕੀ ਹੋ ਗਿਆ ਜੀ, ਤੇ ਫਿਰ ਚੁੱਪ, ਬੋਲਿਆ ਹੀ ਨਹੀਂ, ਕੋਈ ਵੀ ਨਹੀਂ ਬੋਲਿਆ। ਲਓ ਜੀ, ਉਦੋਂ ਬਾਅਦ ਫਿਰ ਆ ਗਏ ਜਾਂਦੇ ਜਾਂਦੇ ਕੈਪਟਨ ਸਾਹਿਬ, ਫਿਰ ਮਿਹਰ ਹੋ ਗਈ ਸੀ ਕਾਂਗੜ ਸਾਹਿਬ ਤੇ ਜੀ, ਇਹਨਾਂ ਦਾ ਵੀ ਕਾਂਗੜ ਸਾਹਿਬ ਦਾ ਜਵਾਈ ਲਾਤਾ। ਉਹਦਾ ਵੀ ਕਹਿੰਦੇ ਇਹੀ ਹੈ ਜੀ, ਉਹਦਾ ਪਿਓ ਮਰ ਗਿਆ ਸੀ, ਉਹਦਾ ਪਿਓ ਕੋਈ ਅੱਤਵਾਦ ਦਾ ਮੁਕਾਬਲਾ ਕਰਦਾ ਨਹੀਂ ਮਰਿਆ ਸੀ, ਉਹਦਾ ਬਾਪ ਭੂਪਜੀਤ ਸਿੰਘ ਐਕਸਾਈਜ਼ ਮਹਿਕਮੇ 'ਚ ਹੁੰਦਾ ਸੀ, ਔਰ ਉਹ ਚਾਹੁੰਦਾ ਸੀ ਉਸ ਵੇਲੇ ਕਿ ਮੈਨੂੰ PCS ਬਣਾ ਦਿੱਤਾ ਜਾਵੇ। ਔਰ PCS ਬਣਨ ਵਾਸਤੇ ਜਿਹੜਾ ਹੈਗਾ PPA, ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਲੋੜ ਹੁੰਦੀ ਹੈ, ਸਿਫਾਰਿਸ਼ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਹੁੰਦਾ ਸੀ ਰਵੀ ਸਿੱਧੂ, ਤੇ ਰਵੀ ਸਿੱਧੂ ਬਾਰੇ ਮਸ਼ਹੂਰ ਸੀ ਕਿ ਪੈਸਾ ਲਏ ਬਗੈਰ ਕੰਮ ਹੀ ਨਹੀਂ ਕਰਦਾ ਸੀ, ਖੰਘਦਾ ਵੀ ਨਹੀਂ ਸੀ, ਛਿੱਕ ਵੀ ਨਹੀਂ ਮਾਰਦਾ, ਉਹਨੂੰ ਕੈਦ ਵੀ ਹੋ ਗਈ ਸੀ। ਉਹਦੇ ਵਿੱਚ ਜਿਹੜਾ 5 ਲੱਖ ਰੁਪਈਆ ਲੈਂਦਾ ਰੈੱਡ ਹੈਂਡਡ ਫੜਿਆ ਗਿਆ ਸੀ ਰਵੀ ਸਿੱਧੂ, ਉਹ 5 ਲੱਖ ਰੁਪਈਆ ਭੂਪਜੀਤ ਸਿੰਘ ਦੇ ਰਿਹਾ ਸੀ, ਇਹ ਦੇ ਰਿਹਾ ਸੀ। ਬਾਅਦ ਦੇ ਵਿੱਚ ਭੂਪਜੀਤ ਸਿੰਘ ਦੀ ਹੋ ਗਈ ਮੌਤ, ਵਿੱਚੇ ਰਹਿ ਗਿਆ ਸਾਰਾ ਕੁਛ। ਉਦੋਂ ਫਿਰ ਜਿਹੜੇ ਕਾਂਗੜ ਸਾਹਿਬ ਜਵਾਈ ਨਹੀਂ ਬਣਿਆ ਸੀ, ਉਹ ਮੁੰਡਾ ਜਿਹੜਾ ਭੂਪਜੀਤ ਸਿੰਘ ਦਾ ਮੁੰਡਾ ਸੀ, ਉਹਨੂੰ ਭਰਤੀ ਕਰਾਉਣ ਦੀ ਗੱਲ ਆਈ। ਉਹ ਕਹਿੰਦੇ ਜੀ ਇਹ ਤਾਂ ਕਲਰਕ ਵਾਸਤੇ ਕੁਆਲੀਫਾਈ ਕਰਦਾ, ਇਹ ਡਿਜ਼ਰਵ ਕਰਦਾ, ਇਹਨੂੰ ਕਲਰਕ ਕਰ ਦਿਓ, ਪਰ ਕਲਰਕ ਕਰਾਉਣਾ ਨਹੀਂ ਸੀ, ਰਿਸ਼ਤੇਦਾਰੀ ਪੈ ਗਈ, ਉਧਰੋਂ ਸੰਕਟ ਪੈ ਗਿਆ ਕੈਪਟਨ ਸਾਹਿਬ ਤੇ ਫਿਰ ਕਹਿੰਦੇ ਲਓ ਜੀ ਇਹਨੂੰ, ਤੇ ਫਿਰ ਉਹਨੂੰ ਵੀ ਲਾਤਾ ਐਕਸਾਈਜ਼ ਇੰਸਪੈਕਟਰ। ਇਦਾਂ ਹੀ ਜੇ ਆਪਾਂ ਦੇਖੀਏ ਰਕੇਸ਼ ਪਾਂਡੇ ਦਾ ਫਾਦਰ ਜੋਗਿੰਦਰਪਾਲ ਪਾਂਡੇ ਬੜਾ ਸੀਨੀਅਰ ਕਾਂਗਰਸ ਦਾ ਲੀਡਰ ਸੀ, ਔਰ ਰਕੇਸ਼ ਪਾਂਡੇ ਵੀ ਮੇਰੇ ਖਿਆਲ 5-6 ਵਾਰੀ MLA ਬਣ ਗਏ। ਉਹਦਾ ਬੇਟਾ ਜਿਹੜਾ ਉਹਨੂੰ ਨਾਇਬ ਤਹਿਸੀਲਦਾਰ ਲਾਇਆ ਸੀ, ਉਹ ਤੇ ਰੌਲਾ ਪੈ ਗਿਆ ਜੀ। ਉਹ ਕਹਿੰਦਾ ਯਾਰ ਕੋਈ ਪਾਓ ਨਾ ਪਾਓ ਰੌਲਾ, ਮੇਰਾ ਤਾਂ ਮੁੰਡਾ, ਮੈਨੂੰ ਤਾਂ ਨਾ ਵਜ਼ੀਰ ਬਣਾਉਣੇ ਤੁਸੀਂ, ਨਾ ਕੁਛ, ਬਾਪੂ ਮੇਰਾ ਇੰਨੇ ਸਾਲ ਹੋ ਗਏ ਮੈਂ ਜਿੱਤਦਾ ਆ ਰਿਹਾ, ਮੈਂ ਸੀਨੀਅਰਿਟੀ ਦੇ ਲਿਹਾਜ਼ ਨਾਲ ਨਾਇਬ ਤਹਿਸੀਲਦਾਰ ਜਵਾਕ ਨੂੰ ਤਾਂ ਲੱਗ ਲੈਂਦੇ, ਉਹ ਰਹਿ ਗਿਆ। ਲਓ ਜੀ, ਹੁਣ ਜਿਹੜੀ ਫਿਰ ਵਾਰੀ ਇੱਕ ਨਵੀਂ ਆ ਗਈ, ਐਤਕੀ ਤਾਂ ਫਿਰ 2 ਬੰਦਿਆਂ ਦੀ ਵਾਰੀ ਆ ਗਈ ਜੀ। ਅੱਛਾ ਜੀ, ਇੱਕ ਤਾਂ ਬਹੁਤ ਹੀ ਗਰੀਬ ਬੰਦਾ, ਵਿਚਾਰੇ ਦਾ ਕੋਈ ਕਾਰੋਬਾਰ ਨਹੀਂ ਚੱਲਦਾ ਜੀ, MLA ਹੈ ਉਹ, ਤੇ MLA ਉਹ ਹੈ ਜਿਹਦਾ ਨਾਂ ਹੈਗਾ ਮਦਨ ਲਾਲ ਜਮਾਲਪੁਰ, ਜਮਾਤ ਆਉਣੇ ਕੰਮ। ਹਾਂ, ਉਹ ਜਮਾਲਪੁਰ ਜਿਹੜਾ ਉਹ MLA ਹੈ ਜਿਸ MLA ਬਾਰੇ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਆ ਕੇ ਕਿ ਇਹ ਨਹੀਂ ਲੜੂਗਾ, ਮੈਂ ਲੜੂੰਗਾ ਚੋਣ, ਤੇ ਮੈਂ ਕਰਨਾ ਚੋਣ ਪ੍ਰਚਾਰ, ਮੇਰੇ ਨਾਂ ਤੇ ਤੁਸੀਂ ਵੋਟਾਂ ਪਾਉਣੀਆਂ। ਬੜੇ ਬਾਗੋ ਬਾਗ ਜੀ, ਉਹ ਕਹਿੰਦੇ ਪਹਿਲਾਂ ਕਪਤਾਨ ਪਰਿਵਾਰ ਦੇ ਵੀ ਬੜਾ ਨੇੜੇ ਸੀ, ਮਹਾਰਾਣੀ ਦੇ ਬੜਾ ਨੇੜੇ ਸੀ, ਔਰ ਖੜਾ ਖੜੂਤਾ ਜਦੋਂ ਪਾਲਾ ਬਦਲ ਗਿਆ, ਉਹ ਕਹਿੰਦੇ ਜੀ ਅਸੀਂ ਕਰਾਂਗੇ। ਲਓ ਜੀ, ਉਹਨਾਂ ਦੀ ਜਿਹੜੀ ਹੈਗੀ ਦਿੱਖ ਕਿਹੋ ਜਿਹੀ ਹੈ, ਉਹਦੇ 'ਚ ਸਭ ਤੋਂ ਪਹਿਲੀ ਗੱਲ ਆਪਾਂ ਦੇਖੀਏ, ਜਦੋਂ ਕਰੋਨਾ ਚੱਲਦਾ ਸੀ ਉਦੋਂ ਰਾਜਪੁਰੇ ਦੇ ਖਿੱਤੇ ਦੇ ਵਿੱਚੋਂ ਕੁਛ ਦਾਰੂ ਦੀਆਂ ਨਜਾਇਜ਼ ਦਾਰੂ ਬਣ ਰਹੀ ਸੀ, ਉਹਦੀਆਂ ਫੈਕਟਰੀਆਂ ਫੜੀਆਂ ਗਈਆਂ ਸੀ ਸ਼ੈਲਰਾਂ ਸ਼ੁਰੂ, ਔਰ ਉਹ ਜਿਹੜੀ ਦਾਰੂ ਸੀਗੀ ਰਾਜਪੁਰੇ ਦੇ ਏਰੀਏ ਦੇ ਵਿੱਚੋਂ ਹੀ ਜਿਹੜੀ ਉਹ ਨਕਲੀ ਦਾਰੂ ਸਪਲਾਈ ਹੁੰਦੀ ਸੀ ਤਰਨਤਾਰਨ ਵਾਲੇ ਪਾਸੇ। ਉੱਥੇ ਜਦੋਂ ਮਰੇ ਸੀ ਗੱਲ, ਉਦੋਂ ਮਾਮਲਾ ਚੱਕਿਆ ਗਿਆ, ਉਦੋਂ ਮਾਮਲਾ ਚੱਕਿਆ ਗਿਆ ਸੀ ਵੀ ਰੇਡਾਂ ਰੂਡਾਂ ਹੋਈਆਂ, ਫੜੀ ਗਈ ਸੀ। ਜਿਨ੍ਹਾਂ ਲੋਕਾਂ ਨੂੰ ਜਿਹੜੇ ਸੰਚਾਲਕ ਸੀ ਉਹਨਾਂ ਫੈਕਟਰੀਆਂ ਦੇ, ਉਹ ਕਹਿੰਦੇ ਜੀ ਸਰਪ੍ਰਸਤੀ ਉਹਨਾਂ ਨੂੰ ਕੁਝ ਕਾਂਗਰਸੀ ਲੀਡਰਾਂ ਦੀ, ਮੈਂ ਇਲਜ਼ਾਮ ਤਾਂ ਨਹੀਂ ਲਾਉਂਦਾ, ਲੇਕਿਨ ਇਹਦਾ ਨਾਮ ਮਦਨ ਲਾਲ ਹੋਰਾਂ ਦਾ ਹੈਗਾ, ਬੋਲਦਾ ਠੇਕੇਦਾਰ ਦਾ ਨਾਮ ਬੋਲਦਾ ਸੀ। ਜਿਸ ਬੰਦੇ ਦਾ ਨਾਮ ਬੋਲਦਾ ਸੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ, ਤੇ ਸਿੱਧੂ ਸਾਹਿਬ ਕਹਿੰਦੇ ਸੀ ਹਾਂਜੀ ਅਸੀਂ ਤਾਂ ਨਿਜ਼ਾਮ ਬਦਲਾਂਗੇ, ਅਸੀਂ ਸਾਰਾ ਸਿਸਟਮ ਹੀ ਬਦਲ ਦੇਣਾ, ਪੰਜਾਬ ਮਾਡਲ, ਜੇ ਪੰਜਾਬ ਮਾਡਲ ਹੈ ਤਾਂ ਕੀ ਹੈ। ਅਗਲੀ ਗੱਲ ਤੁਸੀਂ ਫਿਰ ਦੇਖੋ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਆਏ ਸੀ ਪੰਜਾਬੀ ਯੂਨੀਵਰਸਿਟੀ। ਅੱਛਾ ਜੀ, ਤੇ ਨਾਲ ਸਾਡੇ ਵਿੱਤ ਮੰਤਰੀ ਸਾਹਿਬ ਵੀ ਸੀ ਜੀ। ਹੁਣ ਕਿਉਂਕਿ ਪ੍ਰੋਟੋਕੋਲ ਹੁੰਦਾ, ਪ੍ਰੋਟੋਕੋਲ ਦੇ ਮੁਤਾਬਕ ਇਹ ਤਾਂ ਨਹੀਂ ਵੀ ਜਿੰਨੀ ਬਰਾਤ ਆ ਗਈ ਸਾਰਿਆਂ ਨੂੰ ਬੈਠਣ ਵਾਸਤੇ ਦੇਣ, ਉਹਨਾਂ ਨੇ ਕਿ ਸਟੇਜ ਦੇ ਉੱਤੇ ਕਿਹਦੀਆਂ ਕੁਰਸੀਆਂ ਲੱਗਣੀਆਂ ਜੀ, ਮੁੱਖ ਮੰਤਰੀ ਦੀ ਲੱਗ ਗਈ, ਵਿੱਤ ਮੰਤਰੀ ਦੀ ਲੱਗ ਗਈ, ਵਾਈਸ ਚਾਂਸਲਰ ਦੀ ਲੱਗ ਗਈ, ਹਾਂਜੀ, MLA ਦੀ ਕਿਤੇ ਹੈ ਨਹੀਂ ਸੀ। ਉਹ ਆਏ ਜੋ ਦੇਖਿਆ ਤੇ ਮਤਲਬ ਚੜ ਗਿਆ। ਤੂੰ ਕਿਹੜਾ ਪਟਿਆਲੇ ਦਾ MLA ਹੈ? ਜੇ ਆਪਾਂ ਆਖੀਏ ਪਟਿਆਲੇ ਦੇ MLA ਦੀ ਤਾਂ ਮੰਨ ਸਕਦੇ, ਚਲੋ ਹਾਂ MP MLA ਦੇ, ਚਲੋ ਜੀ ਜਦੋਂ ਗੱਲ ਕੀਤੀ ਤੇ ਚੰਨੀ ਸਾਹਿਬ ਕਹਿੰਦੇ ਆ ਜਾਓ, ਮੈਂ ਨਹੀਂ ਆਉਂਦਾ, ਤੇ ਬਾਹਾਂ ਦੇ ਲੀਆਂ ਜੀ ਐ ਕੱਛਾਂ 'ਚ, ਉਹ ਬੰਦਾ ਜਿਹੜਾ ਇਹ RSS ਦਾ ਹੈ,
ਇਹਨੂੰ ਮਹਾਰਾਜਾ ਸਾਹਿਬ ਨੇ ਲਾਇਆ ਸੀ। ਨਾਲ ਦੀ ਨਾਲ ਹੀ ਜਿਹਨੂੰ ਰਾਜਾ ਕਹਿੰਦਾ ਹੁੰਦਾ ਸੀ ਉਹ ਮਹਾਰਾਜਾ ਸਾਹਿਬ ਬਣ ਗਏ। ਰਾਜੇ ਤੋਂ ਮਹਾਰਾਜਾ ਅਪਗ੍ਰੇਡ ਕਰਤਾ। ਅਪਗ੍ਰੇਡ ਕਰਤਾ ਨਾਲ ਦੀ। ਤੇ ਚੰਨੀ ਸਾਹਿਬ ਨੂੰ ਇੱਕ ਸੁਨੇਹਾ ਸੀ ਕਿ ਹੈਗੇ ਮੇਰੇ ਸਾਹਿਬ, ਜੇ ਤੁਸੀਂ ਤਾਂ ਇਹ ਤਾਂ ਜੀ RSS ਦਾ ਬੰਦਾ। ਉਹ ਕਿਹਨੂੰ ਕਹਿ ਰਿਹਾ ਸੀ RSS ਦਾ ਬੰਦਾ? ਉਹ ਪ੍ਰੋਫੈਸਰ ਅਰਵਿੰਦ ਨੂੰ ਕਹਿ ਰਿਹਾ ਸੀ। ਉਹਨੇ 20 ਕਰੋੜ ਦਾ ਫਰਲਾ ਭੇਜਤਾ। ਜਿਹੜਾ ਵਾਈਸ ਚਾਂਸਲਰ ਹੈ। ਬਈ ਮੰਨ ਲਓ ਕਿਸੇ ਦੀ ਵਿਚਾਰਧਾਰਾ ਕੋਈ ਹੈ, ਕਿਸੇ ਦੀ ਕੋਈ ਵਿਚਾਰਧਾਰਾ ਸਿੱਖੀ ਨੂੰ ਸਮਰਪਿਤ ਹੋ ਸਕਦੀ ਹੈ, ਕਿਸੇ ਦੀ ਲੈਫਟ ਨੂੰ ਹੋ ਸਕਦੀ ਹੈ, ਕਿਸੇ ਦੀ RSS ਨੂੰ ਹੋ ਸਕਦੀ ਹੈ, ਕਿਸੇ ਦੀ ਕ੍ਰਿਸਚੀਅਨਟੀ ਨੂੰ ਹੋ ਸਕਦੀ ਹੈ, ਕਿਸੇ ਦੀ ਇਸਲਾਮ ਨੂੰ ਹੋ ਸਕਦੀ ਹੈ। ਪਰ ਵੇਖਣ ਵਾਲੀ ਹੈ ਕਿ ਜਿਹੜੀ ਕੁਰਸੀ ਦੇ ਉੱਤੇ ਉਹਨੂੰ ਨਿਯੁਕਤ ਕੀਤਾ ਹੈ ਉਹਦੀ ਨਿਯੁਕਤੀ ਦਰੁਸਤ ਹੋਈ ਹੈ ਕਿ ਗਲਤ ਹੋਈ ਹੈ, ਅੰਡਰ ਦੀ ਟੇਬਲ ਹੋਈ ਹੈ, ਜਾਂ ਇਹ ਦੇਖਣ ਵਾਲੀ ਗੱਲ ਹੈ ਕਿ ਬੰਦਾ ਡਿਜ਼ਰਵ ਕਰਦਾ ਕਿ ਨਹੀਂ ਕਰਦਾ। ਇਹ ਗੱਲ ਆਪਦੀ ਥਾਂ ਤੇ ਸੀ, ਪਰ ਉਹਨੇ ਕਿਹਾ ਨਹੀਂ ਜੀ ਨਹੀਂ, ਇਹ ਨਹੀਂ। ਤੇ ਫਿਰ ਉਹਨੂੰ ਮੁਆਵਜ਼ਾ ਦਿੱਤਾ ਜੀ ਵੀ ਇਹਨੂੰ ਚੁੱਪ ਤਾਂ ਕਰਾਉਣਾ ਹੀ ਹੈ ਜੀ। ਲਓ ਜੀ, ਉਹਦੇ ਮੁੰਡੇ ਨੂੰ ਲਾਤਾ ਕੀ ਕਹਿੰਦੇ ਨੇ ਆਪਾਂ, ਉਹ ਐਡਮਿਨਿਸਟ੍ਰੇਟਿਵ ਡਾਇਰੈਕਟਰ। ਅੱਛਾ ਜੀ। PCL ਪੰਜਾਬ ਕਾਰਪੋਰੇਸ਼ਨ ਦਾ। ਇਹ ਤੁਹਾਡੇ ਯਾਦ ਹੋਣਾ, ਇੱਕ ਆਪਣੇ ਇਹਦੇ 'ਚ ਹੀ ਹੁੰਦਾ ਸੀ, ਬਿਜਲੀ ਬੋਰਡ 'ਚ ਕੰਮ ਕਰਦੇ ਹੁੰਦੇ ਸੀਗੇ ਉਹਨਾਂ ਦੇ ਲੋਕ ਸੰਪਰਕ ਵਿਭਾਗ ਦੇ ਵਿੱਚ ਮਿਸਟਰ ਪਾਂਡਵ। ਹਾਂ, ਪਾਂਡਵ ਨੂੰ ਲਾਇਆ ਗਿਆ ਸੀ। ਪਾਂਡਵ ਲੱਗਿਆ ਸੀ ਤੇ ਪਾਂਡਵ ਨੂੰ ਹਟਾ ਕੇ ਇਹਨੂੰ ਲਾਇਆ। ਅੱਛਾ। ਲਓ ਜੀ, ਦੂਜਾ ਇੱਕ ਹੋਰ ਲਾਤਾ, ਉਹ ਤਾਂ ਬਹੁਤ ਇਹਦੇ ਨਾਲ ਵੀ ਬੜਾ ਗਰੀਬ ਹੈ। ਇਹ ਵੀ ਠੇਕੇਦਾਰ ਉਹ ਵੀ ਹੈ। ਹਾਂ, ਫਿਰ ਤਾਂ ਕੰਮ ਚੱਲ ਗਿਆ ਕੰਮ। ਉਹ ਹੈ ਜੀ ਅਮਰੀਕ ਸਿੰਘ ਢਿੱਲੋਂ ਸਮਰਾਲੇ ਵਾਲੇ। ਅਮਰੀਕ ਸਿੰਘ ਢਿੱਲੋਂ ਦੇ ਪੋਤਰੇ ਨੂੰ ਵੀ ਜਿਹੜਾ ਸ਼ਰਾਬ ਦੇ ਕਾਰੋਬਾਰਾਂ ਤੇ ਵੀ ਮਤਲਬ ਥੋੜਾ ਜਿਹਾ ਨਜ਼ਰਸਾਨੀ ਕਰਦਾ, ਉਹਨੂੰ ਵੀ ਚੱਕ ਕੇ ਲਾਤਾ ਜੀ ਇੱਕ ਡਾਇਰੈਕਟਰ। ਕਹਿੰਦੇ ਵੀ ਘਰ ਨੌਕਰੀ ਦੇਣੀ ਹੈ, ਬੇਰੁਜ਼ਗਾਰੀ ਦੂਰ ਕਰਨੀ ਹੈ। ਐ ਹੁੰਦਾ ਜੀ ਬੇਰੁਜ਼ਗਾਰੀ ਦਾ 2-2 ਸਾਲਾਂ ਲਈ ਪਤਾ ਹੀ। ਉਹ ਤਾਂ ਅਗਲੀ ਪਾਰਟੀ ਸਰਕਾਰ ਆਊਗੀ ਜੀ, ਨਾਲ ਦੀ ਨਾਲ ਫਿਰ ਸਰਕਾਰੀ ਹੁੰਦੀ ਹੈ, ਸਰਕਾਰੀ ਹੁੰਦੀ ਹੈ, ਪੋਲੀਟੀਕਲ ਪੋਸਟ ਹੈਗੀ। ਪਰ ਸਵਾਲ ਤਾਂ ਇਹ ਹੈ ਨਾ ਵੀ ਇਹ ਦੇਣ ਵਾਲਿਆਂ ਨੂੰ ਵੀ ਥੋੜਾ ਬਹੁਤਾ ਵੇਖਣਾ ਚਾਹੀਦਾ ਵੀ ਕਰ ਕੀ ਰਹੇ। ਤੇ ਹੁਣ ਜੇ ਚੰਨੀ ਸਾਹਿਬ ਕਹਿੰਦੇ ਯਾਰ ਮੈਂ ਬੰਦਾ ਆਮ ਆ, ਗੱਲ ਤਾਂ ਆਮ ਆਦਮੀ ਪਾਰਟੀ ਦੀ ਗੱਲ ਕਰਨੀ। ਤੇ ਰਾਘਵ ਚੱਡੇ ਦਾ ਇੱਕ ਬਿਆਨ ਲੱਗਿਆ, ਕਹਿੰਦੇ ਵੀ ਕੇਜਰੀਵਾਲ ਬਣਨਾ ਬਹੁਤ ਔਖਾ ਹੈ, ਨਕਲ ਤਾਂ ਹਰੇਕ ਹੀ ਕਰ ਲੈਂਦੇ ਜੀ। ਚਲੋ ਸਾਹਿਬ, ਮੈਂ ਨਾ ਅੱਜ ਇੱਕ ਬੜਾ ਸ਼ੁਗਲੇ ਵਾਲੀ ਗੱਲ, ਉਹ ਮੇਰੇ ਮਨ ਦੀ ਗੱਲ ਹੀ ਸੀਗੀ, ਪਰ ਮੈਂ ਤਾਂ ਬਹਾਨੇ ਨਾਲ ਕੀਤੀ ਸੀ। ਉਹਨਾਂ ਨੇ ਪਤੰਦਰਾਂ ਨੇ ਸਿੱਧਾ ਹੀ ਕੰਮ ਕਰਤਾ। ਉਹ ਇੱਕ ਪੁਲਿਸ ਚੋਂ ਰਿਟਾਇਰ ਹੋਇਆ ਮੁੰਡਾ, ਉਹ ਚੰਗਾ ਡੋਲੇ ਡੂਲੇ ਜੇ ਦਿਖਾਉਂਦਾ, PP ਸੁਖਵਿੰਦਰ ਕਰਕੇ। ਉਹਨਾਂ ਨੇ ਇੱਕ ਵੀਡੀਓ ਬਣਾਈ ਹੈ। ਉਹ ਖੇਤ 'ਚ ਤੁਰਿਆ ਜਾਂਦਾ, ਨੇਤਾ ਜੀ ਆ ਜਾਂਦੇ ਆ। ਉਹ ਕਹਿੰਦਾ ਕਿਵੇਂ ਆ ਬਈ, ਕੀ ਹਾਲ ਚਾਲ ਹੈ? ਤੇ ਇੰਨੇ ਕੋਈ ਸਵੇਰੇ ਜੰਗਲ ਪਾਣੀ ਨੂੰ ਵਾਹਣਾ ਨੂੰ ਹੋਇਆ ਹੁੰਦਾ। ਕਹਿੰਦਾ ਬਣ ਗਈ ਗੱਲ, ਆ ਚੱਲੀਏ। ਤੇ ਉਹ ਜਾ ਕੇ ਤੇ ਉਹਨੂੰ ਉਹ ਗੇਲਣ ਚੱਕ ਲੈਂਦਾ ਪਾਣੀ ਵਾਲਾ, ਤੇ ਉਹਦੇ ਮਗਰ ਹੋ ਜਾਂਦੇ ਆ। ਲੱਭ ਕੇ ਕਮਾਦ ਵੇਚਦੀ ਤੇ ਉਹਨੂੰ ਕਰਕੇ ਤੇ ਉਹਦੇ ਵਿਚਾਰੇ ਦੇ ਹੱਥ ਧੋ ਦਿੰਦੇ ਆ। ਉਹ ਕਹਿੰਦਾ ਯਾਰ ਕੀ? ਕਹਿੰਦਾ ਹੁਣ ਇਲੈਕਸ਼ਨ ਆ ਬਾਈ, ਤੇਰਾ ਸਾਰਾ ਕੁਝ ਧੋਵਾਂਗੇ। ਕਹਿੰਦਾ ਭਰਾਵੋ ਮੈਨੂੰ ਆਪਦੀ ਹਾਜਤ ਤਾਂ ਪੂਰੀ ਕਰ ਲੈਣ ਤੇ। ਉਹ ਕਹਿੰਦਾ ਉਹ ਸਥਿਤੀ ਹੋਈ ਪਈ ਹੈ। ਬਿਲਕੁਲ। ਚਲੋ, ਕਹਿੰਦੇ ਜੀ ਹੁਣ ਅੱਜ ਆਪਾਂ ਪਾਰਲੀਮੈਂਟ ਵੱਲ ਚੱਲੀਏ। ਚਿਦੰਬਰਮ ਨੇ ਵੀ ਬੜਾ ਤੰਜ ਕੱਸਿਆ। ਬਿਲਕੁਲ ਜੀ, ਚਿਦੰਬਰਮ ਨੇ ਤੰਜ ਕੱਸਿਆ ਤੇ ਬੜਾ ਸ਼ਾਨਦਾਰ ਕੱਸਿਆ ਵਾ। ਕਿਉਂਕਿ ਕਹਿੰਦੇ ਜੁਗ ਜਿਉਂਦੀ ਰਵੇ ਜੀ ਸਾਡੀ ਪਾਰਲੀਮੈਂਟ, ਜਿਹੜੀ ਚਰਚਾ ਤੋਂ ਬਗੈਰ ਹੀ ਕਹਿੰਦੇ ਫੈਸਲੇ ਲੈਂਦੀ ਹੈ। ਚਰਚਾ ਤਾਂ ਵੈਸੇ ਹੁੰਦੀ ਹੈ, ਪਰ ਚਰਚਾ ਜਿਨ੍ਹਾਂ ਮੁੱਦਿਆਂ ਤੇ ਹੋਣੀ ਚਾਹੀਦੀ ਉਹਨਾਂ ਤੇ ਨਹੀਂ ਹੁੰਦੀ, ਹੋਰਾਂ ਤੇ ਹੁੰਦੀ ਹੈ ਜੀ ਚਰਚਾ। ਹੁਣ ਤੁਸੀਂ ਦੇਖਿਆ ਹੋਣਾ ਕਿ ਪਿਛਲੀ ਵਾਰੀ ਚਰਚਾ ਹੋਈ ਸੀ। ਪਿਛਲੀ ਵਾਰੀ ਕੁਝ ਜਿਹੜੇ ਪਬਲਿਕ ਹਿੱਤ ਦੇ ਮੁੱਦੇ ਸੀ ਜੀ, ਰਾਜ ਸਭਾ ਦੇ ਵਿੱਚ ਕੁਝ ਮੈਂਬਰਾਂ ਨੇ ਉਠਾਏ ਸੀ ਪਿਛਲੇ ਸੈਸ਼ਨ 'ਚ ਜੀ। ਉਹਨਾਂ ਮੈਂਬਰਾਂ ਨੇ ਹੋ ਹੱਲਾ ਵੀ ਕੀਤਾ। ਤੇ ਹੋ ਹੱਲਾ ਕਰਨ ਨੂੰ ਜਦੋਂ ਸਰਕਾਰ ਕਹਿੰਦੀ ਜੀ ਇਹ ਗਲਤ ਹੈ, ਰੂਲਿੰਗ ਪਾਰਟੀ ਕਹਿੰਦੀ ਹੈ ਗਲਤ ਹੈ, ਉਹ ਕਹਿੰਦੇ ਕੋਈ ਗਲਤ ਨਹੀਂ, ਸਾਰਾ ਠੀਕ ਹੀ ਹੈ। ਉਹ ਪੁਰਾਣਾ ਸੈਸ਼ਨ ਖਤਮ ਹੋ ਗਿਆ ਤੇ ਨਵਾਂ ਸੈਸ਼ਨ ਸ਼ੁਰੂ ਹੋ ਗਿਆ। ਸੈਸ਼ਨ ਦੇ ਸ਼ੁਰੂ ਹੁੰਦੇ ਹੀ ਜੀ ਮਤਲਬ ਪਹਿਲੇ ਦਿਨ ਹੀ ਇੱਕ ਰੈਜੂਲੇਸ਼ਨ ਲੈ ਆਂਦੇ ਪਾਰਲੀਮੈਂਟਰੀ ਮਿਨਿਸਟਰ ਸਾਹਿਬ ਲੈ ਆਏ ਜੀ ਕਿ ਜੀ ਇਹਨਾਂ 12 ਬੰਦਿਆਂ ਨੇ ਪਿਛਲੀ ਵਾਰੀ ਖਪਖਾਨਾ ਬਹੁਤ ਪਾਇਆ ਸੀ, ਲੜਾਈ ਤੱਕ ਵੀ ਪਹੁੰਚ ਗਏ ਸੀ, ਮੇਜ਼ਾਂ ਦੇ ਉੱਤੇ ਚੜ੍ਹ ਗਏ ਸੀ, ਤੇ ਇਹਨਾਂ ਬੰਦਿਆਂ ਨੂੰ ਸਸਪੈਂਡ ਕਰ ਦਿੱਤਾ ਜਾਵੇ ਜੀ। ਚੇਅਰਮੈਨ ਸਾਹਿਬ ਕਹਿੰਦੇ ਜੀ ਸਸਪੈਂਡ 12 ਬੰਦੇ ਕਰਤੇ ਸਸਪੈਂਡ। ਅੱਛਾ, ਬਿਨਾਂ ਪਿਛਲੇ ਰਿਕਾਰਡ ਤੇ ਪਿਛਲਾ ਮਤਲਬ ਰਿਕਾਰਡ। ਉਹ ਆਪਾਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਨਾ ਵੀ ਇੱਕ ਛੋਟਾ ਜਿਹਾ ਜਿਹੜਾ ਹੈਗਾ ਸ਼ੇਰ ਦਾ ਬੱਚਾ ਨਾ, ਕੋਈ ਲੇਲੇ ਦਾ ਬੱਚਾ, ਆਪਣਾ ਬੱਕਰੀ ਦਾ ਲੇਲਾ, ਉਹ ਪਾਣੀ ਪੀ ਜਾਂਦਾ ਸੀ ਤੇ ਇੱਧਰੋਂ ਸ਼ੇਰ ਆ ਗਿਆ। ਉਹ ਕਹਿੰਦਾ ਓਏ ਤੂੰ ਇੱਧਰ ਮੇਰੇ ਕਨੀ ਨੂੰ ਪਾਣੀ ਧੱਕਦਾ, ਝੂਠ ਮੇਰੇ ਕਨੀ ਧੱਕਦਾ। ਉਹਦਾ ਨਹੀਂ ਜੀ ਮੈਂ ਕਦੋਂ ਧੱਕਦਾ ਜੀ, ਮੈਂ ਤਾਂ ਖੜਾ। ਉਹ ਕਹਿੰਦਾ ਗੱਲ ਸੁਣ, ਤੂੰ ਧੱਕੋਗੇ ਮੈਨੂੰ ਤਾਂ ਪੀਣਾ ਹੀ ਨਹੀਂ ਆਉਂਦਾ ਜੇ ਮੈਂ ਤਾਂ ਖੜਾ। ਪਾਣੀ ਪੂਣੀ ਪੀਣ ਵਾਲੀ ਗੱਲ ਹੀ ਨਹੀਂ, ਨਾ ਹੀ ਮੇਰੇ ਚ ਇੰਨੀ ਤਾਕਤ ਆ ਕਿ ਮੈਂ ਤੁਹਾਡਾ ਮੁਕਾਬਲਾ ਕਰਾਂ। ਉਹ ਕਹਿੰਦਾ ਫਿਰ ਤੇਰੇ ਪਿਓ ਨੇ ਕੀਤਾ ਸੀ।
ਪਿਛਲੇ ਸਾਲ ਕੀਤਾ ਹੋਊਗਾ, ਪਿਛਲੇ ਕਹਿੰਦਾ ਤੇਰੇ ਪਿਓ ਨੇ ਕੀਤਾ ਸੀ, ਫਿਰ ਤੂੰ ਆਇਆ ਭੜਕਾਤਾ ਸੀ। ਉਹੀ ਹੱਲ ਇਹ ਹੈ, ਉਹ ਕਹਿੰਦੇ ਵੀ ਜਿਹੜਾ ਕੀਤਾ ਵੀ ਭਾਈ ਤੁਸੀਂ ਪਿਛਲੇ ਸੈਸ਼ਨ ਦੇ ਵਿੱਚ ਅਪਰਾਧ ਕੀਤਾ ਸੀ, ਸੈਸ਼ਨ ਸਮਾਪਤ ਹੋ ਗਿਆ, ਹਾਂ ਉਹਦੀ ਸਜ਼ਾ ਉਹਨਾਂ ਨੂੰ ਹੁਣ ਦੇਤੀ। ਲਓ ਜੀ, ਉਹਨਾਂ ਨੂੰ ਸਜ਼ਾ ਗਈ ਮਿਲ। ਉਹਦੇ ਤੇ ਜਦੋਂ ਕਿੰਤੂ ਪਰੰਤੂ ਕਹਿੰਦੇ ਮਾਫੀ ਮੰਗ ਲੈਣ ਹਾਊਸ ਦੇ ਵਿੱਚੋਂ, ਕਹਿੰਦੇ ਕਾਹਦੀ ਮਾਫੀ ਮੰਗੀ ਹੈ ਜੀ? ਕਹਿੰਦੇ ਵੀ ਤੁਸੀਂ ਇਹ ਕੰਮ ਕੀਤਾ ਸੀ। ਉਹ ਕਹਿੰਦੇ ਵੀ ਬੀਬੀ ਸੁਸ਼ਮਾ ਸਵਰਾਜ ਲੋਕ ਸਭਾ ਦੇ ਵਿੱਚ ਹੁੰਦੀ ਸੀ, ਲੀਡਰ ਆਫ ਆਪੋਜੀਸ਼ਨ ਜੀ, ਤੇ ਰਾਜ ਸਭਾ ਦੇ ਵਿੱਚ ਜੇਤਲੀ ਸਾਹਿਬ ਹੁੰਦੇ ਸੀ। 2G ਵਾਲਾ ਜਿਹੜਾ ਘਪਲਾ ਚੱਲਦਾ ਸੀ, ਉਦੋਂ ਵੀ ਇਹੀ ਕੁਛ ਹੁੰਦਾ ਸੀ। ਤੇ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਇਹ ਪ੍ਰੋਟੈਸਟ ਕਰਨਾ ਵੀ ਸਾਡਾ ਪਾਰਲੀਮੈਂਟ ਦੇ ਅੰਦਰ ਸਾਡਾ ਰਾਈਟ ਹੈ ਤੇ ਸਾਡਾ ਵੀ ਰਾਈਟ ਹੈ, ਪਰ ਕਿਸੇ ਨੇ ਪੁੱਛਿਆ ਨਹੀਂ। ਚਲੋ ਅਗਲਾ ਲੈ ਲਓ ਜੀ, ਕਹਿੰਦੇ ਹੁਣ ਆ ਜਿਹੜੇ ਕਿਸਾਨਾਂ ਵਾਲੇ ਕਾਲੇ ਕਾਨੂੰਨ ਵਾਲੀ ਗੱਲ, ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੇ ਉੱਤੇ ਬਗੈਰ ਮੰਤਰੀ ਮੰਡਲ ਦੇ ਵਿੱਚ ਡਿਸਕਸ ਕੀਤਿਆਂ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕਰਤਾ ਜੀ। ਫਿਰ ਰਸਮ ਅਦਾਇਗੀ ਜੀ ਹੋ ਗਈ, ਉਹ ਕੈਬਨਿਟ ਦੇ ਵਿੱਚੋਂ ਵੀ ਪਾਸ ਹੋ ਗਿਆ। ਫਿਰ ਆ ਗਈ ਚਰਚਾ ਤੇ ਗੱਲ ਜੀ। ਚਰਚਾ ਜਦੋਂ ਕੋਈ ਬਿੱਲ ਅਦਾਲਤ ਆਪਣਾ ਪਾਰਲੀਮੈਂਟ ਦੇ ਵਿੱਚ ਪੇਸ਼ ਹੁੰਦਾ ਹੈ, ਜੇ ਤਾਂ ਦੋਨੇ ਧਿਰਾਂ ਉੱਥੇ ਕਹਿ ਦੇਣ ਵੀ ਨਹੀਂ ਜੀ ਠੀਕ ਹੈ ਅਸੀਂ ਸਹਿਮਤ ਹੈ ਇਹਦੇ ਨਾਲ, ਤਾਂ ਉਹ 1 ਮਿੰਟ ਦੇ ਵਿੱਚ ਹੀ ਪਾਸ ਹੋ ਜਾਂਦਾ। ਬਿਲਕੁਲ। ਇੱਥੇ ਜਦੋਂ ਬਿੱਲ ਆ ਗਏ, ਆਪੋਜੀਸ਼ਨ ਕਹਿੰਦੀ ਚਰਚਾ ਕਰਨੀ ਹੈ, ਉਹ ਕਹਿੰਦੇ ਜੀ ਨਹੀਂ ਕੋਈ ਲੋੜ ਹੀ ਨਹੀਂ। ਸਪੀਕਰ ਪ੍ਰਧਾਨ ਮੰਤਰੀ ਸਾਹਿਬ ਨੇ ਕਹਿੰਦਾ ਸੀ ਜੀ ਤੁਸੀਂ ਪੁਰਮਨ ਕਰੋ ਅਸੀਂ ਚਰਚਾ ਕਰਾਵਾਂਗੇ, ਤੁਸੀਂ ਉਹ ਕਹਿੰਦੇ ਅਸੀਂ ਚਰਚਾ ਕਰਨੀ ਹੈ, ਕਹਿੰਦੇ ਜੀ ਨਹੀਂ ਚੱਲ ਰਿਹਾ। ਸਪੀਕਰ ਸਾਹਿਬ ਨੇ ਨਾਲ ਦੀ ਨਾਲ ਰਾਜ ਸਭਾ ਚ ਹਾਂਜੀ ਠੀਕ ਹੋ ਠੀਕ ਆ ਜੀ, ਹੋ ਗਿਆ ਬੱਲੇ ਬੱਲੇ ਪਾਸ ਹੋ ਗਏ। ਤੇ ਬਾਅਦ ਦੇ ਵਿੱਚ ਜਿਹੜੇ ਸਾਡੇ ਆਪਣੇ ਮੰਤਰੀ ਜੀ ਹੈ ਤੋਮਰ ਸਾਹਿਬ ਜੀ, ਉਹ ਕਹਿੰਦੇ ਜੀ ਕਾਂਗਰਸ ਵਾਲੇ ਵੀ ਜਦੋਂ ਇਸ ਕਾਲੇ ਕਾਨੂੰਨ ਵਾਪਸ ਲੈਂਦੇ ਹੱਕ ਸੀ, ਅਸੀਂ ਵੀ ਹੱਕ ਸੀ ਤੇ ਫਿਰ ਚਰਚਾ ਕਾਹਦੀ ਕਰਵਾਈ? ਉਹ ਤਾਂ ਚਰਚਾ ਜਿਹੜੀ ਗੱਲ ਦੀ ਕਰਨੀ ਚਾਹੁੰਦੇ ਸੀ ਕਿ 700 ਬੰਦਾ ਕਿਹਦੀ ਬਦੌਲਤ ਮਰਿਆ, ਉਹ ਗੱਲ ਕਰਨਾ ਚਾਹੁੰਦੇ ਸੀ। ਜਿਹੜੇ ਉਹਦੇ ਵਿੱਚੋਂ ਸਵਾਲ ਨਿਕਲਦੇ, ਸਪਲੀਮੈਂਟਰੀ ਸਵਾਲ ਵੀ ਨਿਕਲਦੇ, ਸਪਲੀਮੈਂਟਰੀ ਗੱਲਾਂ ਵੀ ਨਿਕਲਦੀਆਂ, ਉਹਦੇ ਤੇ ਕਰਨਾ ਚਾਹੁੰਦੇ ਸੀ, ਲੇਕਿਨ ਉਹ ਕਰ ਨਹੀਂ ਦਿੱਤੀਆਂ। ਤੇ ਚਿਦੰਬਰਮ ਸਾਹਿਬ ਨੇ ਕਿਹਾ ਜਿਉਂਦੀ ਵਸਦੀ ਰਹੇ ਸਾਡੀ ਪਾਰਲੀਮੈਂਟ, ਜਿਹਦੇ ਵਿੱਚ ਚਰਚਾ ਨਹੀਂ ਹੁੰਦੀ, ਬਗੈਰ ਚਰਚਾ ਤੋਂ ਹੀ ਸਾਰਾ ਕੰਮ ਹੁੰਦਾ। ਮਤਲਬ ਹੈ ਵੀ ਜੇ ਉਹੀ ਕੁਛ ਹੋਣਾ ਹਾਂਜੀ ਤਾਂ ਮੇਰੇ ਖਿਆਲ ਮੁਤਾਬਕ ਮੈਨੂੰ ਪਾਰਲੀਮੈਂਟਰੀ ਡੈਮੋਕ੍ਰੇਸੀ ਇਹਨੂੰ ਫਿਰ ਮਤਲਬ ਪ੍ਰੈਜ਼ੀਡੈਂਸ਼ੀਅਲ ਜਾਂ ਹੋਰ ਕਹਿ ਦੇ ਉਹੀ ਰੂਲ ਕਰ ਦੇਣਾ ਚਾਹੀਦਾ ਪਾਰਲੀਮੈਂਟ। ਵੈਸੇ ਢਿੱਲੋਂ ਸਾਹਿਬ ਇੱਕ ਚੀਜ਼ ਆ, ਵੈਸੇ ਕੰਮ ਤਾਂ ਮੈਨੂੰ ਖਤਰਨਾਕ ਹੁੰਦਾ ਲੱਗਦਾ, ਜਿਵੇਂ ਤੁਸੀਂ ਸਿਆਣੇ ਵੀ ਪੁਤਿਨ ਨੇ ਕਰਾਤਾ, ਪਹਿਲਾਂ ਸਮਝ ਲਓ ਵੀ ਸ਼ੀਪਿੰਗ ਨੇ ਵੀ ਕਰਾਤਾ ਹੈ, ਸ਼ੀਪਿੰਗ ਨੇ ਵੀ ਆਪਦੀ ਜਿਹੜੀ ਹੈਗੀ ਮਿਆਦ ਵਧਾ ਲਈ। ਹਾਂ, ਪੁਤਿਨ ਨੇ ਤਾਂ ਕੰਮ ਹੀ ਚੱਕਤਾ ਨਾ, ਕਹਿੰਦਾ ਵੀ ਜਿੰਨੀ ਦੇਰ ਮੈਂ ਹੈਗਾ ਬਸ ਠੀਕ ਹੈ। ਬਿਲਕੁਲ। ਸੋ ਇਹ ਭਾਰਤ ਦੇ ਵਿੱਚ ਜੇ ਇਹ ਕੰਮ ਹੋ ਗਿਆ ਤੇ ਫਿਰ ਬਣੂ ਕੀ? ਬਣਨਾ ਕੀ ਹੈ ਜੀ, ਫਿਰ ਲੋਕ ਰੋਣਗੇ ਆਪਦੀ ਕਿਸਮਤ ਨੂੰ। ਨਾਲੇ ਇਹ ਨਾ ਭਾਰਤ ਦੇ ਲੋਕ ਬੜੇ ਸਿਆਣੇ, ਉਹ ਕਹਿੰਦੇ ਜੀ ਭਾਣਾ ਮੰਨ ਲੈਣਗੇ। ਅੱਛਾ, ਇਹ ਤਾਂ ਕਿਸਾਨ ਹੀ ਹੈ ਜਿਹੜੇ ਅੜੇ ਸੀ, ਨਹੀਂ ਤਾਂ ਭਾਣਾ ਤਾਂ ਮੰਨੀ ਬੈਠੇ, ਭਾਣੇ ਤਾਂ ਸਾਡੀਆਂ ਆਪੋਜੀਸ਼ਨ ਪਾਰਟੀਆਂ ਮੰਨ ਲੈਂਦੀਆਂ। ਉਹ ਨਹੀਂ, ਇਹ ਤਾਂ ਕਿਸਾਨਾਂ ਨੇ ਸੀ ਵੀ ਜਾਂ ਤਾਂ ਜਿੱਤਾਂਗੇ ਜਾਂ ਮਰਾਂਗੇ। ਘਰਾਂ ਨੂੰ ਐਵੇਂ ਨਹੀਂ ਅਸੀਂ ਮਤਲਬ ਜਿਹੜੇ ਹੈਗੇ ਹੈ, ਜੇ ਨਹੀਂ ਜਿੱਤੇ ਤਾਂ ਮਰ ਜਾਗੇ, ਇੱਥੇ ਘਰਾਂ ਨੂੰ ਨਹੀਂ ਜਾਂਦੇ। ਇਹ ਤਾਂ ਉਹ ਸੀ ਜੀ। ਸੋ ਸ਼ੁਕਰੀਆ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੇ ਪ੍ਰੋਗਰਾਮ ਸ਼ਮਾਦਾਨ ਬਾਅਦ ਦਸਤੂਰ ਜਾਰੀ ਰਹੇਗਾ। ਫਿਲਹਾਲ ਇੱਕ ਬ੍ਰੇਕ ਦਾ ਸਮਾਂ, ਤੇ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ।